ਵਾਹਿਗੁਰੂ 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 ਆਖੋ ਸਤਿਨਾਮ। ਸ਼੍ਰੀ ਵਾਹਿਗੁਰੂ ਸਤਿਗੁਰੂ ਦੀ ਅਪਾਰ ਕਿਰਪਾ ਹੋਈ। ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੇ ਰਹੇ ਨੇ। ਆਪ ਸੰਗਤਾਂ ਦੇ ਦਰਸ਼ਨ ਹੋਏ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਯਾਤਰਾ ਸਫਲ ਕਰਨ ਜਿਤਨੇ ਕਦਮ ਵੀ ਚੱਲ ਕੇ ਆਏ, ਸਤਿਗੁਰੂ ਜੀ ਥਾਏ ਆਓ ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸਿਰ ਤੇ ਹੱਥ ਰੱਖਣ, ਆਪ ਕਰਾ ਲੈਣ ਗੁਰੂ ਗਰੀਬ ਨਿਵਾਜ। ਜਿਨ੍ਹਾਂ ਦੇ ਉੱਤੇ ਸਤਿਗੁਰਾਂ ਦੀ ਦਇਆ ਰਹਿਮਤ ਬਖਸ਼ਿਸ਼ ਹੁੰਦੀ ਹੈ, ਉਹ ਹੀ ਪ੍ਰਾਪਤ ਕਰਦੇ ਹਨ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹਲਾ ਤੀਜਾ। ਸ੍ਰੀ ਰਾਗ ਅੰਦਰ ਤੀਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਸ੍ਰੀ ਪਾਤਸ਼ਾਹ ਜੀ 60 ਸਾਲ ਤਕਰੀਬਨ ਆਪਣੀ ਜ਼ਿੰਦਗੀ ਦੇ ਗਵਾ ਚੁੱਕੇ ਸਨ। ਵਾਹਿਗੁਰੂ 60 ਸਾਲ ਫਿਰ ਕੋਈ ਭਾਵਨਾ ਵਾਲੀ ਰੂਹ ਮਿਲੀ। ਸਹਿ ਸੁਭਾਅ ਜਿੱਦਾਂ ਤੁਸੀਂ ਮਿਲੇ, ਉਹ ਬਚਨ ਹੋਇਆ। ਕਹਿਣ ਲੱਗੇ, ਪੁਰਖਾ ਤੇਰਾ ਗੁਰੂ ਕੌਣ? ਕਹਿੰਦਾ ਗੁਰੂ ਤੇ ਕੋਈ ਵੀ ਨਹੀਂ। ਆਖੋ ਸਤਿਨਾਮ। ਵਾਹਿਗੁਰੂ ਗੁਰੂ ਪਤਾ ਕੌਣ? ਜਿਹੜਾ ਤੁਹਾਨੂੰ ਪਿਆਰ ਵੀ ਕਰੇ ਤੇ ਝਿੜਕੇ ਵੀ, ਤੇ ਜਿਹਦਾ ਗੁਰੂ ਕੋਈ ਨਹੀਂ, ਉਹਨੂੰ ਕੌਣ ਮੱਤ ਦੇ? ਹੁਣ ਅਸੀਂ ਸੰਥਿਆ ਕਰਦੇ ਸੀ, ਦੁਨਿਆਵੀ ਸਾਡਾ ਉਸਤਾਦ ਸੀ, ਤੇ ਕਈ ਵਾਰੀ ਉਹਨੇ ਕੋਈ ਚੀਜ਼ ਮਿੱਠੀ ਲਿਆਉਣੀ ਸਾਨੂੰ ਦੇਣੀ, ਬਸਤਰ ਵੀ ਦੇਣੇ, ਸਰੋਪੇ ਦੇਣੇ, ਤੇ ਕਈ ਵਾਰੀ ਪ੍ਰੈਣੀ ਵੀ ਫੇਰ ਦਿੰਦਾ। ਅਜੇ ਵੀ ਯਾਦ ਹੈ, ਥੋਕ ਲਾਇਆ ਸੀ ਹੱਥ ਨੂੰ, ਅੰਗ ਥੱਲਣ ਲੱਗਿਆ ਤੇ ਦਾਤਨ ਸੀ ਉਹਨਾਂ ਦੇ ਕੋਲੇ ਕਿੱਕਰ ਦੀ।
ਮੌਰਾਂ ਦੇ ਵਿੱਚ ਮਾਰੀ ਤੇ 15-16 ਦਿਨ ਜਦੋਂ ਇਸ਼ਨਾਨ ਕਰੀਦਾ ਸੀ ਨਾ ਤੇ ਨਾਲੇ ਹੀ ਚੇਤਾ ਆਉਂਦਾ। ਬੜਾ ਗੁੱਸਾ ਆਇਆ ਸੀ ਉਦੋਂ, ਪਰ ਜੋ ਵੱਜੀ ਹੋਈ ਦਾਤਨ ਜਿਹੜੀ ਨਾ ਉਹ ਇੱਕ ਛਾਪ ਦੇ ਗਈ। ਇਹਨੂੰ ਕਹਿੰਦੇ ਗੁਰੂ। ਜਦੋਂ ਸਾਨੂੰ ਡਰ ਹੀ ਕਿਸੇ ਦਾ, ਆਪਾਂ ਕਹਿੰਦੇ ਜਾ ਮੈਂ ਨਹੀਂ ਕਿਸੇ ਤੋਂ ਡਰਦਾ, ਇਹਦਾ ਮਤਲਬ ਤੂੰ ਨਗੁਰਾ ਹੋ। ਘਰ ਵਾਲੀ ਤੋਂ ਨਾ ਡਰ, ਬੱਚਿਆਂ ਤੋਂ ਨਾ ਡਰ, ਦੁਨੀਆ ਤੋਂ ਨਾ ਡਰ, ਪਰ ਤੈਨੂੰ ਗੁਰੂ ਤੋਂ ਡਰਨਾ ਹੀ ਪਵੇਗਾ। ਕਿਉਂਕਿ ਗੁਰੂ ਕੀ ਹੋਇਆ, ਮਾਲਕ ਕੀ ਹੋਇਆ। ਹੁਣ ਕੁੱਤਾ ਹੀ ਹੈ, ਕੁੱਤੇ ਨੂੰ ਮਾਲਕ ਦੁੱਧ ਵੀ ਪਿਆਉਂਦਾ, ਚੂਰੀ ਵੀ ਦਿੰਦਾ, ਹੋਰ ਪਦਾਰਥ ਵੀ ਦਿੰਦਾ। ਕਈ ਵਾਰੀ ਗੁੱਸੇ 'ਚ ਆਇਆ ਹੋਵੇ ਤੇ ਰੀਝ ਨਾਲ ਕੁੱਟ ਵੀ ਦਿੰਦਾ। ਲੱਕ ਤੋੜ ਦਈਦਾ, ਇਹਨੂੰ ਭਜਾ ਦਿਓ, ਛੱਡ ਦਿਓ, ਦਫਾ ਕਰੋ। ਪਰ ਉਹ ਕੁੱਤਾ ਫੇਰ ਵੀ ਮਾਲਕ ਜਦੋਂ ਆਉਂਦਾ ਤੇ ਉਹਨੂੰ ਪੈਰ ਚੁੰਮਦਾ। ਬਾਬਾ ਬੁੱਲੇ ਸ਼ਾਹ ਕਹਿੰਦੇ ਰਾਤੀ ਜਾਗਣ ਭਗਤ ਸਦਾਵਣ, ਰਾਤੀ ਜਾਗਣ ਕੁੱਤੇ ਤੈਥੋਂ ਉੱਤੇ। ਮਾਲਕ ਦਾ ਦਰ ਕਦੇ ਨਹੀਂ ਛੱਡਦੇ, ਭਾਵੇਂ ਵੱਜਣ ਜੁੱਤੇ ਤੈਥੋਂ ਉੱਤੇ। ਰੁੱਖੀ ਮਿੱਸੀ ਖਾ ਕੇ ਜਾ ਰੂੜੀ ਤੇ ਸੁੱਤੇ ਤੈਥੋਂ ਉੱਤੇ। ਮਾਲਕ ਐਸੀ ਚੀਜ਼ ਹੁੰਦੀ ਹੈ, ਗੁਰੂ ਨਹੀਂ ਲੱਭਦਾ। ਬਾਬਾ ਤੈਨੂੰ ਕੋਈ ਝਿੜਕਣ ਵਾਲਾ ਹੈਗਾ ਕਿ ਨਹੀਂ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੁਣ ਤੇ ਸਾਰਿਆਂ ਤੋਂ ਵੱਡੇ ਅਸੀਂ ਆ ਘਰੇ। 8 ਸਾਲਾਂ ਦੀ ਉਮਰ, ਅਸੀਂ ਝਿੜਕੀਦਾ ਸਾਰਿਆਂ ਨੂੰ, ਜੋ ਨਵਾਂ ਨੂੰ, ਬੱਚਿਆਂ ਨੂੰ, ਬੇਟਿਆਂ ਨੂੰ, ਸਾਰਿਆਂ ਨੂੰ। ਤੇ ਪੰਡਤ ਦੁਰਗੋ ਕਹਿੰਦਾ ਤੈਨੂੰ ਝਿੜਕਣ ਵਾਲਾ ਨਹੀਂ ਕੋਈ ਹੈਗਾ। ਕਹਿੰਦੇ ਮਤਲਬ ਕਹਿੰਦੇ ਗੁਰੂ ਕੌਣ ਹੈ ਤੇਰਾ। ਬਸ ਇੰਨੀ ਖਿੱਚ ਨੇ ਜ਼ਿੰਦਗੀ ਬਦਲੀ ਸੀ। ਇਸ ਕਰਕੇ ਬਾਪੂ ਅਮਰਦਾਸ ਜੀ 62 ਸਾਲ ਦੀ ਉਮਰ ਬਤੀਤ ਕਰ ਚੁੱਕੇ ਹੈ। ਰੱਜ ਠੋਕਰ ਲੱਗੀ ਅੰਦਰ ਨੂੰ, ਫਿਰ ਗੁਰੂ ਦੀ ਭਾਲ ਹੋਈ। ਤੇ ਜਦੋਂ ਗੁਰੂ ਦੀ ਭਾਲ ਹੋਈ ਤੇ ਭਾਗਾਂ ਵਾਲਿਓ, ਫਿਰ ਮੇਰੇ ਪਾਤਸ਼ਾਹ ਨੇ ਐਸਾ ਰੰਗ ਚਾੜਿਆ। 12 ਸਾਲ ਚਾਕਰੀ ਕੀਤੀ ਫਿਰ ਖਸਮ ਦੀ। ਨਾ ਇੱਧਰ ਹੀ ਵੇਖਿਆ ਤੇ ਨਾ ਇੱਧਰ ਹੀ ਵੇਖਿਆ, ਤੇ ਨਾ ਉੱਤੇ ਵੇਖਿਆ ਨਾ ਥੱਲੇ। ਸਿਰਫ 2 ਚੀਜ਼ਾਂ ਦੀਦੀਆਂ ਸੀ, ਇੱਕ ਗਾਗਰ, ਇੱਕ ਗੁਰੂ ਅੰਗਦ ਸਾਹਿਬ ਦਾ ਚਿਹਰਾ। ਬਸ ਅੱਜ ਦਾ ਮੁੱਖ ਵਾਕ ਆਇਆ, ਆਸਕ ਇਹ ਨਾ ਆਖੀ ਹੈ, ਜੋ ਦੂਜਾ ਲੱਗੈ ਜਾਏ। ਨਾਨਕ ਆਸਕ ਕਾਂਢੀ ਹੈ, ਜੋ ਸਦ ਹੀ ਰਹੇ। ਕਹਿੰਦੇ ਉਹ ਕਾਹਦਾ ਆਸ਼ਕ ਹੈ, ਪਿਆਰ ਕਿਸੇ ਨੂੰ ਕਰੇ ਤੇ ਮਗਰ ਕਿਸੇ ਦੇ ਤੁਰਿਆ। ਸੋ ਇਸ ਤਰ੍ਹਾਂ ਕਰਕੇ ਸਾਧ ਸੰਗਤ ਦੀ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਐਸਾ ਇਸ਼ਕ ਨਿਭ ਗਿਆ। ਅੱਜ ਆਪਣਾ ਕਿਉਂ ਨਹੀਂ ਸੂਤ ਆਉਂਦਿਆ, ਇਸੇ ਕਰਕੇ ਨਹੀਂ ਆਉਂਦਿਆ ਕਿਉਂਕਿ ਆਪਾਂ ਸ਼ਬਦ ਦੀ ਕਮਾਈ ਕਿਸੇ ਦੀ ਕਰਨ ਦੇ ਤੇ ਧਿਆਨ ਕਿਸੇ ਪਾਸੇ। ਕੋਈ ਵੀ ਚੀਜ਼ ਗੱਡੀ ਜਾਂ ਚੱਲਦੀ ਜਾ ਰਹੀ ਹੈ, ਧਿਆਨ ਆ ਤੇ ਚੱਲੂ, ਮਾੜਾ ਜਿਹਾ ਪਾਸੇ ਹੋਇਆ ਨਹੀਂ ਤੇ ਬੋਲਦੀ ਹੋਈ ਨਹੀਂ। ਆਖੋ ਸਤਿਨਾਮ ਵਾਹਿਗੁਰੂ। ਬਿਜਲੀ ਦਾ ਕੰਮ ਕਰਨ ਵਾਲਾ ਧਿਆਨ ਹੈ, ਧਿਆਨ ਪਾਸੇ ਹੋ ਜਾਣਾ ਤੈਨੂੰ ਕਰੰਟ ਲੱਗ ਜਾਣਾ। ਮਿਸਤਰੀ ਪੈਰ ਤੇ ਖੜੋ ਕੇ ਇੱਟਾਂ ਲਾਉਂਦਾ ਹੈ, ਧਿਆਨ ਹੈ ਆਪਣੇ ਪੈਰਾਂ 'ਚ ਤੇ ਇੱਟਾਂ ਨੇ। ਜਦੋਂ ਧਿਆਨ ਪਾਸੇ ਹੋ ਗਿਆ, ਪਛਾਣ ਲੱਗਾ, ਪਿੱਛੇ ਪੈੜ ਹੋ ਗਈ, ਮਣਕਾ ਟੁੱਟ ਗਿਆ। ਕੋਈ ਸਤਿਨਾਮ ਵਾਹਿਗੁਰੂ। ਇਸੇ ਤਰ੍ਹਾਂ ਹੀ ਵੀ ਮਾਰਗ ਖੰਡੇ ਧਾਰ ਗਲੀ ਅਤ ਭੀੜੀ। ਬਹੁਤ ਕਠਿਨ ਰਸਤਾ ਹੈ ਗੁਰਮਤਿ ਦਾ। ਮਾਰੇ ਨੇ ਤਾਂ ਹੀ ਕਹਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਧੰਨ ਮੇਰੇ ਗੁਰੂ ਅਮਰਦਾਸ ਪਾਤਸ਼ਾਹ, ਜਿਨ੍ਹਾਂ ਨੂੰ 12 ਵਾਰ ਮਿਲੇ ਸੀ। ਸੱਚੇ ਪਾਤਸ਼ਾਹ ਜਿਵੇਂ ਗਰੀਬ ਤੇਰੇ ਘਰ ਆਏ ਆ, ਇਹਨਾਂ 12 ਵਾਰਾਂ 'ਚ ਸਾਨੂੰ ਵੀ ਦੇ ਦੇ ਨਪੱਤਿਆਂ ਦੀ ਪੱਤ, ਨਿਸ਼ਤਿਆਂ ਦੀ ਛੱਤ, ਨਿਤਰਿਆਂ ਦੀ ਤਿਲ, ਪੀਰਾਂ ਦੇ ਪੀਰ ਗਹਿਰ ਗੰਭੀਰ, ਬਹੋੜ ਬੰਦੀ ਛੋੜ ਜਗਤ ਗੁਰੂ। ਧੰਨ ਗੁਰੂ ਅਮਰਦਾਸ ਪਾਤਸ਼ਾਹ, ਰੁਲਦੇ ਫਿਰਦੇ ਆ, ਤੈਨੂੰ ਅਸੀਸਾਂ ਮਿਲੀਆਂ ਗੁਰੂ ਕਰੋ। ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰੋ। ਹਰ ਭਗਤਾਂ ਹਰ ਤਨ ਰਾਸ ਹੈ, ਗੁਰ ਪੂਛ ਕਰੇ ਵਪਾਰ। ਕਹਿੰਦੇ ਹਰੀ ਦੇ ਜਿਹੜੇ ਭਗਤ ਨੇ, ਉਹਨਾਂ ਦੀ ਜਿਹੜੀ ਪੂੰਜੀ ਹੈ ਨਾ, ਉਹ ਹੈ ਪਰਮੇਸ਼ਰ ਦਾ ਨਾਮ। ਹੁਣ ਆਪਾਂ ਦੁਨਿਆਵੀ ਲੋਕ ਆ, ਆਪਾਂ
ਦੁਨਿਆਵੀ ਚੀਜ਼ਾਂ ਇਕੱਠੀਆਂ ਕਰਨ ਦਾ ਬਸ ਵੀ ਅੱਜ 500 ਬਣਿਆ, ਕੱਲ੍ਹ ਨੂੰ 1000 ਬਣੇ, 1500 ਬਣੇ। ਪਰ ਮਹਾਰਾਜ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਭਗਤ ਨੇ ਉਹਨਾਂ ਦੀ ਪੂੰਜੀ ਕੀ ਹੈ? ਹਰੀ ਦਾ ਨਾਮ, ਪਰਮੇਸ਼ਰ ਦਾ ਨਾਮ। ਉਹਨਾਂ ਨੂੰ ਤੇ ਰੋਣ ਆ ਜਾਂਦਾ ਕਈ ਵਾਰੀ ਨਾ, ਨਿਤਨੇਮ ਨਾ ਕਰੀਏ ਤੇ ਬੜਾ ਮਨ ਨੂੰ ਗੁੱਸਾ ਆਉਂਦਾ ਵੀ ਆਪਣੇ ਆਪ ਦੇ ਚਪੇੜਾ ਮਾਰ, ਅੱਜ ਤੂੰ ਅੰਮ੍ਰਿਤ ਵੇਲੇ ਨਹੀਂ ਉੱਠਿਆ, ਅੱਜ ਤੂੰ ਜਪਜੀ ਸਾਹਿਬ ਨਹੀਂ ਪੜ੍ਹਿਆ, ਅੱਜ ਤੂੰ ਕੁਛ ਵੀ ਨਹੀਂ ਕੀਤਾ। ਜਦੋਂ ਬੰਦੇ ਨੂੰ ਦਿਹਾੜੀ ਨਾ ਮਿਲੇ ਤੇ ਉਹ ਸੜਦਾ ਵਲਦਾ ਵੀ ਅੱਜ ਹੁਣ ਬਾਹਰਲੇ ਦੇਸ਼ ਵੀ ਇੱਦਾਂ ਹੀ, ਇੱਥੇ ਤੇ ਫਿਰ ਵੀ ਚੱਲ ਆਪਾਂ ਹੱਸਦੇ ਖੇਡਦੇ, ਉੱਥੇ ਜਦੋਂ ਦਿਹਾੜੀ ਨਹੀਂ ਮਿਲਦੀ ਤੇ ਬਿਮਾਰ ਹੋ ਜਾਂਦੇ ਲੋਕ, ਇੰਨੀ ਟੈਨਸ਼ਨ ਲੈ ਜਾਂਦੇ ਵੀ ਕੰਮ ਨਹੀਂ ਮਿਲਿਆ, ਮੇਰਾ ਅੱਜ ਇੰਨੇ ਡਾਲਰ ਦਾ ਨੁਕਸਾਨ ਹੋ ਗਿਆ। ਮਹਾਰਾਜ ਜੀ ਕਹਿੰਦੇ ਵੇ ਕਮਲਿਆ, ਉਹ ਜਿੱਥੇ ਤੂੰ ਰਹਿਣਾ ਹੀ ਨਹੀਂ ਉੱਥੋਂ ਦੇ ਘਾਟਿਆਂ ਨੂੰ ਰੋਈ ਜਾਂਦਾ। ਜੇ ਰੋਣਾ ਹੀ ਆ ਤੇ ਉਸ ਘਾਟੇ ਨੂੰ ਰੋ ਜਿਹੜਾ ਬਹੁਤ ਵੱਡਾ ਘਾਟਾ ਪੈ ਰਿਹਾ। ਆਪਣੇ 100-200 ਰੁਪਈਆ ਕੋਈ ਖੋ ਕੇ ਲੈ ਜੇ ਨਾ ਤੇ ਆਪਾਂ ਗਿਲਾ ਕਰੀਦਾ ਮੇਰੇ ਪੈਸੇ ਗਵਾਚ ਗਏ, ਖੁੱਸ ਗਏ। ਗੁਰਬਾਣੀ ਕਹਿੰਦੀ 24,000 ਸਵਾਸ ਰੋਜ਼ ਗਵਾਚਦਾ, ਇਹਨੂੰ ਪਤਾ ਹੀ ਨਹੀਂ ਲੱਗਣ ਦਿਆ। 24 ਘੰਟਿਆਂ 'ਚ 24,000 ਸਵਾਸ ਆਪਣਾ ਖਤਮ ਹੋ ਗਿਆ। ਇਹ ਕੇਕ ਕੱਟਣ ਦਿਆ, ਵਧਾਈਆਂ ਲੈਣ ਦਿਆ ਮੇਰਾ ਜਨਮ ਦਿਨ, ਕਮਾਲ ਹੋਈ ਪਈ। ਬਾਣੀ ਕਹਿੰਦੀ ਹੈ ਕਿ ਜਨਨੀ ਜਾਨਤ ਸੁਧ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅੰਤ ਕਰਦਾ। 24,000 ਸੁੱਟ ਕੇ ਆਏ ਆਪਾਂ, ਕਈ 24,000 ਕਦੇ ਨਹੀਂ ਆਇਆ ਫਿਕਰ ਵੀ ਮਨਾ ਐਡਾ ਵੱਡਾ ਘਾਟਾ ਅੱਜ ਪੈ ਗਿਆ, ਮੇਰਾ 24,000 ਦਾ ਨੁਕਸਾਨ ਹੋ ਗਿਆ। ਇਹ ਉਸ 24,000 ਨੂੰ ਰੋਈ ਜਾਂਦਾ ਜਿਹੜਾ ਬਟੂਆ ਡਿੱਗਾ, ਉਹਦੇ ਹੋਰ ਆ ਜਾਣਗੇ, ਕਮਾਈ ਕਰ ਲਏਗਾ ਤੇ ਪਰ ਜਿਹੜੇ ਚਲੇ ਗਏ ਆ ਨਾ, ਇਹ ਥੋੜਾ ਮੁੜਨੇ ਸਵਾਸ। ਤੂੰ ਇਹ ਮਹਾਰਾਜ ਦੀ ਬਾਣੀ ਬਿਰਲਿਆਂ ਵਾਸਤੇ ਹੈ ਜਿਨ੍ਹਾਂ ਨੂੰ ਸੋਚੀ ਮਾਫ ਕਰਿਓ। ਸੱਚੇ ਪਾਤਸ਼ਾਹ ਕਹਿੰਦੇ ਹਰ ਭਗਤਾਂ ਹਰ ਤਨ ਰਾਸ ਹੈ। ਇਹ ਰੱਬ ਦੇ ਪਿਆਰਿਆਂ ਦੀ ਰਾਸ ਪੂੰਜੀ ਜਿਹੜੀ ਹੈ ਨਾ, ਸਰਮਾਇਆ, ਇਹਨੂੰ ਕਈ ਸ਼ਬਦ ਦਿੱਤੇ ਹੈ। ਉਹ ਕਹਿੰਦੇ ਨਾਮ ਹੈ ਗੁਰ ਪੂਛ ਕਰੇ ਵਪਾਰ, ਤੇ ਇਹਦਾ ਵਪਾਰ ਜਿਹੜਾ ਵਾ ਗੁਰੂ ਨੂੰ ਪੁੱਛ ਕੇ ਹੁੰਦਾ। ਗੁਰਾ ਇੱਕ ਦੇ ਬੁਝਾਈ, ਜੇ ਇੱਕ ਗੁਰ ਕੀ ਚਿੱਤ ਸੁਣੀ। ਇਹ ਗੁਰੂ ਨੂੰ ਪੁੱਛ ਕੇ ਚੱਲਣਾ ਪੈਣਾ ਆਪਾਂ ਕਿ ਮਹਾਰਾਜ ਜੀ ਮੈਂ ਪਾਠ ਕਰਦਾ ਰੋਜ਼, ਕਿੱਦਾਂ ਕਰਾਂ? ਤੇ ਮਹਾਰਾਜ ਤੈਨੂੰ ਦੱਸਣਗੇ। ਗੁਰੂ ਜੀ ਹੋਇਆ ਗੁਰ ਪੂਛ ਕਰੇ ਵਿਚਾਰ, ਗੁਰੂ ਪੁੱਛ ਗੁਰੂ ਆਪਦੇ ਤੇ ਗੁਰੂ ਫਿਰ ਕੀ ਕਹੂਗਾ? ਗੁਰੂ ਕਹੂਗਾ ਤੇਰਾ ਪਾਠ ਸਹੀ ਹੈ, ਤੇਰਾ ਚੌਂਕੜਾ ਵੀ ਸਹੀ ਹੈ, ਪਰ ਤੇਰੀ ਕਰਨੀ ਨਹੀਂ ਸਹੀ। ਆਖੋ ਸਤਿਨਾਮ ਵਾਹਿਗੁਰੂ। ਤੇਰਾ ਪਾਠ ਸਹੀ ਆ, ਤੇਰਾ ਅੰਮ੍ਰਿਤ ਵੇਲਾ ਵੀ ਸਹੀ ਆ, ਤੇਰਾ ਚੌਂਕੜਾ ਵੀ ਸਹੀ ਆ, ਪਰ ਜਿਹੜੀ ਤੇਰੀ ਕਰਨੀ ਆ ਨਾ, ਰੀਤੀ ਤੇਰੀ ਉਹ ਨਹੀਂ ਬਾਦੀ ਸੋਹਣੀ ਲੱਗੀ। ਮਹਾਰਾਜ ਕਿਉਂ? ਪਾਤਸ਼ਾਹ ਕਹਿੰਦੇ ਤੂੰ ਸਵੇਰੇ ਪੜਿਆ ਇਹ ਰਸਨਾ ਮਨ ਰਸ ਰਾਜ ਰਹੀ, ਤੇ ਦੁਪਹਿਰੇ ਗਾਲਾਂ ਕੱਢਣ ਦਿਆਂ ਕਰਦਿਆਂ ਵਾਹਿਗੁਰੂ ਹੈ। ਇੱਥੇ ਲਿਖਿਆ ਗੁਰ ਪੂਛ ਕਰੇ। ਇਹ ਜਿਹੜਾ ਵਪਾਰ ਹੈ ਨਾ, ਜਿੱਦਾਂ ਆਪਾਂ ਦੂਜਾ ਵਪਾਰ ਕਰੀਦਾ, ਪਾਰਟਨਰ ਹੁੰਦੇ ਨਾਲ, ਬਾਪੂ ਨੂੰ ਪੁੱਛੀਦਾ ਪਾਪਾ ਜੀ ਆ ਮੈਂ ਕੰਮ ਕਿੱਦਾਂ ਕਰਾਂ? ਕਹਿੰਦੇ ਬੇਟਾ ਇੱਦਾਂ ਕਰ, ਇੱਦਾਂ ਕਰਕੇ ਸਮਝ ਆਊਗੀ ਤੂੰ, ਇੱਦਾਂ ਕਰਕੇ। ਕੋਈ ਵੀ ਪਾਰਟਨਰ ਸਮਝਾਉਂਦੇ ਵੀ ਜੇ ਆਪਾਂ ਇਸ ਤਰ੍ਹਾਂ ਕਰਾਂਗੇ 2 ਲੱਖ 4 ਲੱਖ ਇੰਨੇ ਦਾ ਆਪਾਂ ਨੂੰ ਫਾਇਦਾ ਹੋਊਗਾ, ਸਲਾਹ ਲੈਂਦੇ ਆ ਨਾ। ਕਹਿੰਦੇ ਜਦੋਂ ਤੂੰ ਬੰਦਗੀ ਕਰਦਾ, ਪਾਠ ਕਰਦਾ, ਗੁਰੂ ਦੀ ਸਲਾਹ ਲੈ। ਕੋਈ ਇੰਨੀ ਤੇ ਬੁੱਧੀ ਨਹੀਂ ਮੇਰੀ ਵੀ ਜਿੰਨੀ ਜੋਗੀ ਹੈ, ਪਰ ਗੁਰੂ ਸਲਾਹ ਦਿੰਦਾ ਕੀ ਹੈ? ਗੁਰੂ ਕਹਿੰਦੇ ਆਏ ਕਿ ਸੁਖਦੇਵ ਸਿੰਘ ਜੀ ਤੁਸੀਂ ਕਥਾ ਬਹੁਤ ਸੋਹਣੀ ਕਰਦੇ ਆ, ਤੁਹਾਨੂੰ ਸੰਗਤ ਸੁਣਦੀ ਆ, ਤੁਹਾਨੂੰ ਪਿਆਰ ਵੀ ਦਿੰਦੀ ਆ, ਤੁਹਾਡੀ ਕਥਾ ਦੇ ਵਿੱਚ ਰਸ ਵੀ ਹੈਗਾ ਏ, ਮੈਂ ਖੁਸ਼ ਹੋਇਆ। ਮਹਾਰਾਜ ਠੀਕ ਆ, ਪਰ ਕਿਤੇ ਤੂੰ ਫੇਲ ਆ। ਆਖੋ ਸਤਿਨਾਮ ਵਾਹਿਗੁਰੂ। ਹੁਣ ਤੁਸੀਂ ਕਹੋ ਵੀ ਕਥਾ ਵੀ ਸੋਹਣੀ, ਸੰਗਤ ਵੀ ਪਿਆਰ ਕਰਦੀ, ਰਸ ਵੀ ਆਉਂਦਾ, ਪਰ ਗੁਰੂ ਸਾਹਿਬ ਕਹਿੰਦੇ ਭਾਈ ਸਾਹਿਬ ਤੂੰ ਫੇਲ ਆ, ਤੂੰ ਜ਼ੀਰੋ ਆ। ਮੈਂ ਪੁੱਛਿਆ ਗੁਰੂ ਗ੍ਰੰਥ ਸਾਹਿਬ ਜੀ ਮੈਂ ਜ਼ੀਰੋ ਕਿਉਂ ਆ? ਤੇ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਵੀ ਪਹਿਲੀ ਗੱਲ ਇਹ ਆ ਵੀ
ਜਿਹੜਾ ਮੇਰੀ ਕਥਾ ਕਰੇ ਉਹ ਵਚਨ ਕਰੇ ਸੰਗਤ ਵਿੱਚ ਜਿਹੜੇ ਆਪ ਕਮਾਏ ਹੋਣ, ਤੇ ਮੈਂ ਫਸ ਜਾਣਾ ਕਿਉਂਕਿ ਗੁਰੂ ਨੇ ਆਖਣਾ ਵੀ ਤੂੰ ਦੂਜਿਆਂ ਨੂੰ ਕਹਿੰਦਾ ਵਾ ਜੀ ਅੱਖਾਂ ਨਾ ਚੰਗਾ ਵੇਖੋ, ਤੂੰ ਆਪ ਤੇ ਵੇਖਦਾ ਨਹੀਂ। ਤੁਹਾਨੂੰ ਸ਼ਾਇਦ ਪਹਿਲਾਂ ਲੱਗਾ ਹੋਵੇ ਵੀ ਸਾਨੂੰ ਕੀ ਕਹਿਦਾ ਵੀ ਹੈ। ਹੁਣ ਇੱਥੇ ਇਹ ਬਚਨ ਆਇਆ, ਗੁਰਪੂਛ ਕਰੇ ਵਿਚਾਰ। ਇੱਕ ਪੰਕਤੀ ਤੇ 1.5-2 ਘੰਟੇ ਲੰਘ ਸਕਦੇ ਆ, ਕਿਉਂਕਿ ਬਾਣੀ ਅਗਾਧ ਬੋਲ ਬਾਪੂ ਦੇ ਬਿਆਨ। ਪੂਛ ਕਰੇ ਵਪਾਰ, ਕਹਿੰਦੇ ਸਾਰੀ ਸ੍ਰਿਸ਼ਟੀ ਦੇ ਜਿੰਨਾ ਵੀ ਵਪਾਰ ਹੁੰਦੇ ਆ, ਕਾਰੋਬਾਰ ਹੁੰਦੇ ਆ, ਹਰ ਚੇਲਾ ਉਸਤਾਦ ਤੋਂ ਪਹਿਲਾਂ ਸਿੱਖਦਾ। ਲੱਕੜ ਦਾ ਕੰਮ, ਬਿਜਲੀ ਦਾ ਕੰਮ, ਏਸੀਆਂ ਦਾ ਕੰਮ, ਬਿਲਕੁਲ ਕੋਈ ਗੁਰੂ ਚਾਹੀਦਾ। ਫਿਰ ਉਹ ਗੁਰੂ 15 ਵਾਹਿਗੁਰੂ 5-6 ਸਾਲ ਕੰਮ ਸਿਖਾਉਂਦਾ, ਤੇ ਮੁੜ ਕੇ ਫਿਰ ਉਹ ਗੁਣ ਦੇ ਦਿੰਦਾ ਵੀ ਪੁੱਤ ਇੰਨੇ ਦੀ ਆ ਚੀਜ਼ ਆਉਣੀ ਆ, ਇੰਨੇ ਆਪਾਂ ਉੱਤੇ ਲਾਉਣੇ, ਤੇ ਇੰਨੇ ਵਿੱਚੋਂ ਕੱਢਣੇ ਆ। ਇਹ ਦੁਨਿਆਵੀ ਜ਼ਰੂਰੀ ਹੈ ਕਿਉਂਕਿ ਬੱਚੇ ਪਾਲਣੇ ਨਾ। ਇਸੇ ਤਰ੍ਹਾਂ ਇਹ ਵੀ ਇੱਕ ਬਖਸ਼ਿਸ਼ ਹੈ। ਹੁਣ ਬਾਹਰਲੀ ਜਿਹੜੀ ਤੁਸੀਂ ਕਮਾਈ ਕਰਦੇ ਹੋ, ਕੋਈ ਮੋਟਰਸਾਈਕਲ ਬਣਾਉਂਦਾ, ਕੋਈ ਲੱਕੜ ਦਾ ਕੰਮ ਕਰਦਾ, ਕੋਈ ਖੇਤ ਬੀਜਦਾ, ਇਹ ਕੋਈ ਵੱਡੀ ਗੱਲ ਨਹੀਂ, ਇਹ ਆਪਣੀ ਇੱਥੋਂ ਦੀ ਆ। ਪਰ ਭਾਗਾਂ ਵਾਲਿਓ, ਜਿਹੜੀ ਕਮਾਈ ਨਾਲ ਆਹ ਘਰ ਚੱਲਦਾ, ਉਹ ਤੇ ਆਪਾਂ ਹੁਣ ਕਰਨੀ ਆ 9 ਵਜੇ ਤੋਂ ਲੈ ਕੇ 5-6 ਵਜੇ ਤਾਈਂ। ਪਰ ਜਿਹੜੀ ਕਮਾਈ ਦੇ ਨਾਲ ਦਰਗਾਹ 'ਚ ਥਾਂ ਬਣਨਾ ਹੈ, ਉਹ ਇੱਥੇ ਦੱਸੀ ਜਾਂਦੀ। ਆਖੋ ਸਤਨਾਮ ਵਾਹਿਗੁਰੂ। ਜਿਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਪੂਛ ਕਰੇ ਵਪਾਰ। ਕਹਿੰਦੇ ਇਸ ਕਮਾਈ ਦਾ ਵਪਾਰ ਜਿਹੜਾ ਨਾ, ਗੁਰੂ ਨੂੰ ਪੁੱਛਣਾ ਪੈਣਾ। ਗੁਰੂ ਜੀ ਮੁਨਾਫਾ ਨਹੀਂ ਹੋ ਰਿਹਾ, ਇੰਨੇ ਸਾਲ ਹੋ ਗਏ ਪਾਠ ਕਰਦੇ ਨੂੰ। ਗੁਰੂ ਸਾਹਿਬ ਜੀ ਮੈਨੂੰ ਇੰਨੇ ਸਾਲ ਹੋ ਗਏ ਸੇਵਾ ਕਰਦੇ ਨੂੰ, ਮੈਨੂੰ ਬਚਿਆ ਕੁਝ ਨਹੀਂ ਹੈ। ਫਿਰ ਮਹਾਰਾਜ ਦੱਸਣਗੇ ਤੈਨੂੰ ਬਿਮਾਰੀ ਕੀ ਆ। ਮੈਨੂੰ ਦੱਸਿਆ ਵੀ ਤੇਰੇ 'ਚ ਸਭ ਕੁਝ ਠੀਕ ਆ, ਵਧੀਆ ਵਾ ਸਿਸਟਮ, ਪਰ ਤੂੰ ਆਪ ਫੇਲ ਆ। ਮੈਂ ਕਿਹਾ ਸਤਿਗੁਰੂ ਮੈਂ ਫੇਲ ਕਿਉਂ ਹੈ? ਮਹਾਰਾਜ ਕਹਿੰਦੇ ਤੇਰੇ 'ਚ ਵੱਡਾ ਦੋਖ ਹੈ, ਅਵਰ ਉਪਦੇਸ ਹੈ ਆਪ ਨਾ ਕਰੇ। ਇੱਕੋ ਜਿਹੀਆਂ ਸਾਰੇ ਆਪਾਂ। ਅਵਰ ਉਪਦੇਸ ਹੈ ਆਪ ਨਾ ਕਰੇ। ਦੂਜਿਆਂ ਨੂੰ ਕਹਿੰਦਾ ਵਾ ਲੜਿਆ ਨਾ ਕਰੋ, ਆਪ 24 ਘੰਟੇ ਕਲੇ ਰੱਖਦਾ। ਬਹੁਤਿਆਂ ਸਾਡਿਆਂ ਸਿੱਖਾਂ ਦਾ ਇਹੋ ਹਾਲ ਆ। ਵੱਡੇ ਵੱਡੇ ਗਿਆਨੀ ਧਿਆਨੀ ਢਾਡੀ ਰਾਗੀ ਕਵੀਸ਼ਰ ਉਹ ਸਟੇਜ ਤੇ ਕਰਨਗੇ, ਗੁਰਮੁਖ ਪਿਆਰਿਓ ਬਾਣੀ ਪੜਿਆ ਕਰੋ, ਗੁਰੂ ਨਾਲ ਜੁੜਿਆ ਕਰੋ। ਤੇ ਜਦੋਂ ਕਿਤੇ ਘਰੇ ਚੱਲ ਜਾਣ ਤੇ ਜਾਂਦਿਆਂ ਉਹ ਸ਼ਬਦ ਕਹਿੰਦੇ ਜਿਨ੍ਹਾਂ ਨੂੰ ਵੇਖ ਕੇ ਚਿੰਤਾ ਹੋ ਜਾਂਦੀ ਹੈ। ਤੋ ਮਾਰੇ ਕਹਿੰਦੇ ਅਵਰ ਉਪਦੇਸ ਹੈ ਆਪ ਨਾ ਕਰੇ। ਆਪ ਨਾ ਕਰੇ, ਕਹਿੰਦੇ ਦੂਜਿਆਂ ਨੂੰ ਉਪਦੇਸ਼ ਦੇਈ ਜਾਂਦੇ ਆ। ਜਿੱਦਾਂ ਕਿਸੇ ਅਮਲੀ ਨੇ ਤੋਤਾ ਰੱਖਿਆ ਤੇ ਉਹਨੂੰ ਪੋਸਤ ਖਵਾਵੇ ਰੋਜ਼। ਆਪ ਜੂ ਖਾਂਦਾ ਹੈ ਤੇ ਉਹਨੇ ਸੋਚਿਆ ਮੇਰਾ ਪੜਦਾ ਯਾਰ ਨਾ ਹੋ ਜੇ, ਤੇ ਉਹਨੇ ਨਾਲੇ ਖਵਾ ਦੇਣਾ, ਨਾਲੇ ਕਹਿਣਾ ਤੋਤਿਆ ਪੋਸਤ ਨਾ ਖਾਈ ਮਰ ਜਾਏਗਾ। ਅਮਲੀ ਮਰ ਗਿਆ ਤੇ ਘਰਦਿਆਂ ਨੇ ਆਖਿਆ ਇਹਨੂੰ ਬੁਲਾ ਨੂੰ ਵੀ ਛੱਡੋ, ਇਹਨੂੰ ਕੀ ਕਰਨਾ। ਉਹਨਾਂ ਤੋਤਾ ਛੱਡਤਾ, ਉਹ ਚਲੇ ਗਿਆ ਇੱਧਰ ਨੂੰ ਨੰਦੇੜ ਵੱਲ ਨੂੰ। ਉਧਰ ਖੇਤੀ ਹੁੰਦੀ ਡੋਡਿਆਂ ਦੀ, ਉਹਨੇ ਸਾਰੇ ਤੋਤੇ ਨਾਲ ਲਾ ਲਏ ਤੇ ਸਾਰਿਆਂ ਨੂੰ ਲਾ ਲਿਆ ਡੋਡਿਆਂ ਤੇ। ਨਾਲੇ ਖਾਈ ਜਾਂਦੇ ਐ ਤੇ ਨਾਲੇ ਬੋਲੀ ਜਾਂਦੇ ਤੋਤਿਆ ਪੋਸਤ ਨਾ ਖਾਈ ਮਰ ਜਾਏਗਾ, ਤੋਤਿਆ ਪੋਸਤ ਨਾ ਖਾਈ ਮਰ ਜਾਏਗਾ, ਮਰ ਜਾਏਗਾ। ਉਹ ਹਾਲਤ ਅੱਜ ਸਾਡੀ ਹੈ ਪ੍ਰਚਾਰਕਾਂ ਦੀ, ਸਾਡੀ ਕੌਮ ਦੇ ਗਿਆਨੀਆਂ ਧਿਆਨੀਆਂ ਦੀ। ਸਾਰੇ ਕੰਮ ਪੁੱਠੇ ਆਪ ਕਰਨੇ ਆ। ਜਦੋਂ ਇਸ ਵੇਲੇ ਬਹਿਣਾ ਵਾ ਉਦੋਂ ਤਾਈਓ ਤੇ ਅਸਰ ਨਹੀਂ ਹੋ ਰਿਹਾ। ਕਿਉਂ ਨਹੀਂ ਅਸਰ ਹੋ ਰਿਹਾ ਸਿੱਖੀ ਦੇ ਪ੍ਰਚਾਰ ਦਾ? ਕਿਉਂਕਿ ਦੂਜਿਆਂ ਨੂੰ ਕਹਿੰਦੇ ਅੰਮ੍ਰਿਤ ਵੇਲੇ ਉੱਠੋ, ਆਪ 7 ਵਜੇ ਉੱਠੇ ਆ। ਦੂਜਿਆਂ ਨੂੰ ਕਹਿੰਦੇ ਰਾਤ ਨੂੰ ਤਪੱਸਿਆ ਕਰੋ, 2-3 ਘੰਟੇ ਚੌਂਕੜਾ ਮਾਰੋ। ਤੇ ਆਪਾਂ ਜਿਹੜਾ ਫਿਲਮਾਂ ਵੇਖਣ ਦਾ ਰਾਤ ਨੂੰ, ਇੰਜੋਏ ਕਰਨ ਦਾ ਸੰਗਤ ਦੀ ਪੈਸੇ ਨਾਲ। ਬੜਾ ਔਖਾ ਸਿੱਖੀ ਦਾ ਮਾਰਗ। ਭਾਈ ਮੰਝ ਨੂੰ ਪੁੱਛੋ ਕੋਈ, ਸਾਰੀ ਰਾਤ ਖੂਹ 'ਚ ਖੜੋਤਾ ਰਿਹਾ ਪੰਡ ਲੈ ਕੇ ਬਾਲਣ ਦੀ, ਫਿਰ ਜਾ ਕੇ ਗੁਰੂ ਅਰਜਨ ਸਾਹਿਬ ਨੇ ਗਲਵੱਕੜੀ ਪਾਈ। ਇਹ ਬਹੁਤ ਔਖਾ ਮਾਰਗ ਹੈ, ਬਹੁਤ ਮਹਿੰਗਾ ਰਸਤਾ ਏ। ਇਹ ਗੱਲਾਂ ਨਾਲ ਮਾਰੇ ਕਹਿੰਦੇ ਨੇ ਗੱਲੀ ਕਿਨੇ ਨਾ ਪਾਇਆ, ਗੱਲੀ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਮਨਾ। ਗੱਲਾਂ ਹੀ ਕਰਦੇ ਆਪਾਂ, ਬੜੀ ਸ਼ਰਮ ਆਉਂਦੀ ਹੈ। ਮਹਾਰਾਜ ਵਾਕਈ ਸੱਚ ਹੈ। ਅੱਜ ਗੁਰੂ ਨੂੰ ਪੁੱਛਿਆ ਮਹਾਰਾਜ ਮੇਰੀ ਸੇਵਾ ਪ੍ਰਵਾਨ ਹੈ? ਪਰ ਕਹਿੰਦੇ ਕੋਈ ਪ੍ਰਵਾਨ ਨਹੀਂ, ਤੂੰ ਫੇਲ ਆ ਸਾਡੀਆਂ ਨਜ਼ਰਾਂ। ਮਹਾਰਾਜ ਕਾਹਤੋਂ ਫੇਲ ਆ? ਕਹਿੰਦੇ ਤੂੰ ਸਵੇਰੇ ਨਿਤਨੇਮ 'ਚ ਵਾਅਦਾ ਕੀਤਾ। ਕੀ ਕੀਤਾ? ਵਾਅਦਾ ਕੀਤਾ ਵੀ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਤੇ ਇਸ ਸਰੀਰ ਨੂੰ ਪੁੱਛਿਆ ਵੀ ਕੀ ਕੀਤਾ ਅੱਜ?
ਇਹਨੇ ਕਿਹਾ ਵਕਾਰ ਭੋਗੇ, ਹੋਰ ਕੁਛ ਨਹੀਂ ਕੀਤਾ। ਜੇ ਸਵੇਰੇ ਉੱਠ ਕੇ ਝਾੜੂ ਫੇਰਿਆ ਉਹ, ਪਾਣੀ ਤਰੌਂਕਿਆ ਉਹ, ਸੰਗਤ ਦੇ ਭਾਂਡੇ ਮਾਂਜੇ ਹੋਣਗੇ ਤੇ ਫਿਰ ਜਵਾਬ ਦੇ ਹੈਗਾ ਵੀ ਮੈਂ ਕੁਝ ਨਾ ਕੁਝ ਕੀਤਾ, ਨਹੀਂ ਕੀਤਾ। ਫਿਰ ਮਾਰੇ ਕਹਿੰਦੇ ਤੂੰ ਸਵੇਰੇ ਪੜਿਆ ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ। ਕੰਨ ਤੇਰੇ ਤੂੰ ਵਾਅਦਾ ਕੀਤਾ ਵੀ ਮੈਂ ਇਹਨਾਂ ਕੰਨਾਂ ਦੇ ਨਾਲ ਕਥਾ ਕੀਰਤਨ ਤੇ ਗੁਰੂ ਦੇ ਪਿਆਰੇ ਦੀ ਗੱਲ ਸੁਣੂੰਗਾ, ਪਰ ਤੂੰ ਗੁਰੂ ਦੀ ਗੱਲ ਤਾਂ ਸੁਣੀ ਨਹੀਂ। ਰਿਮੋਟ ਲੈ ਕੇ ਚੈਨਲ ਬਦਲਤਾ, ਨਾਟਕ ਫਿਲਮਾਂ ਲੋਕਾਂ ਦੀਆਂ ਨਿੰਦਿਆ ਚੁਗਲੀਆਂ ਸੁਣੀਆਂ, ਤੂੰ ਫੇਲ। ਫਿਰ ਤੂੰ ਵਾਅਦਾ ਕੀਤਾ ਸਵੇਰੇ ਵੀ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਤਰੀ ਹਰ ਬਿਨਾ ਵਰਨਾ ਦੇਖੋ ਕੋਈ। ਤੇ ਤੂੰ ਤੇ ਕੱਪੜਿਆਂ ਦੇ ਵਿੱਚੋਂ ਵੀ ਉਹ ਕੁਝ ਵੇਖਦਾ ਜਿਹੜਾ ਕੋਈ ਵੇਖ ਨਹੀਂ ਸਕਦਾ। ਬਹੁਤ ਹੀ ਛਤਰ ਫਿਰਦੇ ਬਾਣੀ ਬਹੁਤ ਕੁੱਟਦੀ ਬੰਦੇ ਨੂੰ, ਆਖੋ ਸਤਿਨਾਮ ਵਾਹਿਗੁਰੂ। ਕਿਉਂਕਿ ਗੁਰੂ ਆ ਨਾ ਸਾਡਾ, ਜਿਹੜਾ ਉਸਤਾਦ ਹੋਵੇ ਨਾ, ਜਿੰਨਾ ਕੰਮ ਸਿੱਖੇ ਆ, ਪਾਨਾ ਮਾਰ ਕੇ ਨਾ ਗੁੱਟ ਸਜਾ ਦਿੰਦੇ ਅਗਲੇ। ਪੂਰੇ 2-2.5 ਮਹੀਨੇ ਹੱਥ ਸੁੱਜਾ ਰਿਹਾ। ਮੈਨੂੰ ਕਬੀਰ ਦੱਸੇ, ਕਹਿੰਦੇ ਮੈਂ ਇੱਦਾਂ ਹੱਥ ਬੰਨਣਾ ਤੇ ਕੰਮ ਤੇ ਜਾਣਾ, ਤੇ ਮੇਰੇ ਉਸਤਾਦ ਨੇ ਆਖਿਆ, ਕਹਿੰਦੇ ਗੁੱਸੇ 'ਚ ਪੁੱਤ ਜ਼ਿਆਦਾ ਹੀ ਵੱਜ ਗਿਆ। ਮੈਂ ਕਿਹਾ ਕੋਈ ਨਹੀਂ ਉਸਤਾਦ ਜੀ, ਤੁਹਾਡੀਆਂ ਸੀਸਾਂ। ਇਹਨੂੰ ਕਹਿੰਦੇ ਗੁਰੂ। ਤੇ ਅੱਜ ਕੱਲ੍ਹ ਕੌਣ ਕਿਸੇ ਦੀ ਝਿੜਕ ਚੱਲਦਾ ਹੀ। ਅਗਲਾ ਮਾੜਾ ਜਿਹਾ ਕਵੇ, ਅਗਲਾ ਕਹਿੰਦਾ ਜਾ ਮੈਂ ਚੱਲਿਆ, ਮੈਂ ਤੇਰੇ ਤੋਂ ਦਾਣੇ ਲੈਣੇ। ਆਖੋ ਸਤਿਨਾਮ। ਇਹ ਪੁਰਾਣਿਆਂ ਦੇ ਵਿੱਚ ਹੀ ਜਿਗਰਾ ਸੀ, ਉਸਤਾਦ ਦੀ ਮਾਰ ਖਾ ਜਾਣੀ। ਇੱਥੇ ਉਸਤਾਦ ਕੌਣ ਹੈ? ਗੁਰੂ ਗ੍ਰੰਥ ਸਾਹਿਬ। ਤੇ ਗੁਰੂ ਗ੍ਰੰਥ ਸਾਹਿਬ ਦੀ ਮਾਰ ਨਹੀਂ ਜੀ ਕੋਈ ਵੀ ਚੱਲਦਾ। ਦੂਜੇ ਨੇ ਤੇ ਝਰਨੀ ਕੀ, ਜਿਹਨੇ ਗੁਰੂ ਨੇ ਧਾਰਨ ਕੀਤਾ ਸੀ। ਹਾਂ, ਜਿਹਨੇ ਧਾਰਨ ਕੀਤਾ ਦਾਵਾ ਕਰਦੇ ਵੀ ਅਸੀਂ ਸਿੱਖ ਹੁੰਦੇ ਹਾਂ, ਗੁਰੂ ਵਾਲੇ ਹਾਂ। ਮਾਰੇ ਕਹਿੰਦੇ ਇੱਕ ਵਾਰੀ ਮੇਰੇ ਕੋਲ ਬਹਿ ਤੇ ਸਹੀ, ਤੇਰੇ ਕੰਨ ਪੁੱਟਾਂ ਰੀਝ ਨਾ। ਤਾਈਓ ਭਾਈ ਸੁਥਰਾ ਪਿੱਛਾ ਕਰਕੇ ਬਹਿ ਗਿਆ ਸੀ। ਮਹਾਰਾਜ ਜਿੰਨੀਆਂ ਮਰਜ਼ੀ ਮੋਰਾਂ 'ਚ ਮਾਰੀ ਜਾਓ, ਮੇਰੇ ਮੂੰਹ ਤੇ ਨਾ ਮਾਰਿਓ। ਆਪੋ ਸਤਿਨਾਮ ਵਾਹਿਗੁਰੂ। ਬਾਣੀ ਖਸਮ ਦੀ ਆ ਨਾ, ਇਹ ਕੰਨ ਪੁੱਟਦੀ ਆ, ਥੱਪੜ ਵੀ ਮਾਰਦੀ ਆ। ਆਪਾਂ ਵਾ ਗਲਤ, ਉੱਥੇ ਆਪਾਂ ਫੇਲ ਹੋ ਜਾਂਦੇ ਆ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ, ਜੇ ਕਿਤੇ ਅਸੀਂ ਗੁਰੂ ਦੀ ਮੰਨੀ ਹੁੰਦੀ ਨਾ, ਤੇ ਸਾਨੂੰ ਇਹ ਨਾ ਕੋਈ ਕਹਿੰਦਾ ਵੀ ਗੁਰੂ ਕੇ ਸਿੱਖ ਜਿਹੜੇ ਪਖੰਡੀ ਆ। ਜੇ ਅਸੀਂ ਗੁਰੂ ਦੀ ਮੰਨੀ ਹੁੰਦੀ ਤੇ ਅਸੀਂ ਗੁਰੂ ਦੇ ਦਰਬਾਰ 'ਚ ਪੱਗ ਨਾ ਲਾਉਂਦੇ ਇੱਕ ਦੂਜੇ ਦੀ। ਆਪੋ ਸਤਿਨਾਮ ਵਾਹਿਗੁਰੂ। ਜੇ ਅਸੀਂ ਗੁਰੂ ਦੀ ਮੰਨੀ ਹੁੰਦੀ ਤੇ ਇੱਕ ਪਿੰਡ 'ਚ 5 ਗੁਰੂ ਘਰ ਕਦੇ ਨਾ ਬਣਦੇ। ਆਪੋ ਸਤਿਨਾਮ ਵਾਹਿਗੁਰੂ। ਚੱਕਰੀ ਇੱਥੇ ਪੈਂਦੇ ਆ, ਗੁਰੂ ਦੀ ਮੰਨੀ ਨਹੀਂ। ਤੇ ਅੱਜ ਮਾਰੇ ਗੁਰੂ ਅਮਰਦਾਸ ਕਹਿੰਦੇ ਗੁਰ ਪੂਛ ਕਰੇ ਵਪਾਰ। ਗੁਰੂ ਨੂੰ ਪੁੱਛ ਲਿਆ ਕਰ, ਸਲਾਹ ਲੈ ਲਿਆ ਕਰ ਗੁਰੂ ਦੀ। ਫਿਰ ਗੁਰੂ ਤੈਨੂੰ ਦੱਸੂਗਾ ਵੀ ਤੂੰ ਉੱਠਦਾ ਵੀ ਹੈ, ਪਾਠ ਵੀ ਕਰਦਾ, ਜੁੜਿਆ ਵੀ ਹੈ, ਪਰ ਤੇਰਾ ਪ੍ਰੋਗਰਾਮ ਫੇਲ ਕਿਉਂ ਹੁੰਦਿਆ। ਕਈ ਬੰਦੇ ਕਹਿਣਗੇ ਨਾ ਬਾਬਾ ਜੀ ਕੰਮ ਬੜੇ ਆ, ਸ਼ੁਰੂ ਕਰ ਲਈਦਾ ਪਰ ਘਾਟਾ ਪੈਂਦਾ ਜਾਂਦਾ, ਉਹਦੇ ਵਿੱਚ ਕਿਤੇ ਨਾ ਕਿਤੇ ਕਾਰਜ ਸਹੀ ਨਹੀਂ ਹੋ ਰਿਹਾ, ਕਿਸੇ ਦੀ ਬਦਦੁਆ ਹੋਊਗੀ, ਕਿਸੇ ਦਾ ਹੱਕ ਹੋਊਗਾ। ਇਸ ਤਰ੍ਹਾਂ ਮਾਰੇ ਕਹਿੰਦੇ ਬਾਣੀ ਵੀ ਆ ਵੀ ਜਦੋਂ ਬਾਣੀ ਪੜ੍ਹਦਾ ਹੈ ਨਾ, ਕਿਤੇ ਨਾ ਕਿਤੇ ਪੈਰਾ ਢਿੱਲਾ ਹੋ ਜਾਂਦਾ, ਕਿਤੇ ਨਾ ਕਿਤੇ ਗਲਤੀ ਹੋ ਰਹੀ ਅੰਦਰ ਖਾਤੇ, ਜਿਹੜੀ ਗਲਤੀ ਤੈਨੂੰ ਪਿਆਰੇ ਤੱਕ ਪਹੁੰਚਣ ਨਹੀਂ ਦਿੰਦੀ। ਹੁਣ ਬਾਲਟੀ ਦੇ ਥੱਲੇ ਛੇਕ ਆ, ਦੁੱਧ ਚੋਣ ਬਹਿ ਜਾਓ, ਮਾਝਣੇ ਤੇ ਦੁੱਧ ਦੇ ਹੀ ਦੇਣਾ, ਚੋਣ ਵਾਲੇ ਨੇ ਚੋ ਦੇਣਾ ਹੈ, ਪਰ ਜਦੋਂ ਬਾਲਟੀ ਲੈ ਕੇ ਉੱਠਣਾ ਦੇ ਵਿੱਚ ਕੁਛ ਨਹੀਂ ਰਹਿ ਜਾਣਾ। ਜਦੋਂ ਤੂੰ 4 ਧਾਰਾਂ ਚੋਣੀਆਂ ਤੇ ਥੱਲੇ ਮੋਹਰੀ ਆ ਤੇ ਉਹ ਥੱਲੇ ਨਾਲੋਂ ਨਾਲ ਹੀ ਤੁਰਿਆ ਜਾਂਦਾ। ਉਹ ਸਾਡੇ ਵਿੱਚ ਵੀ ਮੋਹਰੀਆਂ ਵਾ, ਜਿੰਨਾ ਚਿਰ ਅਸੀਂ ਈਰਖਾ, ਸਾੜਾ, ਦੁਬਦਾ, ਚੁਗਲੀ, ਇਹ ਸਾਰੀਆਂ ਚੀਜ਼ਾਂ ਦਾ ਛੇਕ ਨਹੀਂ ਬੰਦ ਕਰਦੇ, ਸਾਨੂੰ ਛੇਤੀ ਕਿਤੇ ਨਹੀਂ ਰਾਸ ਹੋਣੀ, ਉੱਦਾਂ ਹੀ ਤੁਰੇ ਫਿਰਨਾ ਆਪਾਂ ਬੌਂਦਲੇ ਜੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਗੁਰੂ ਦਾ ਖਜ਼ਾਨਾ ਹੈ ਬਹੁਤ ਵੱਡਾ, ਇਹ ਸਰਮਾਇਆ ਵਾ ਤੇਰਾ ਜਿਹੜਾ ਤੂੰ ਲੈ ਕੇ ਜਾਣਾ ਵਾ। ਤੇ ਪੁੱਛ ਕੇ ਗੁਰੂ ਨੂੰ ਸਿੱਖਿਆ ਲਿਆ ਕਰ ਗੁਰੂ ਦੀ। ਲੈ ਗਰੰਟੀ ਆ ਸਾਧ ਸੰਗਤ, ਪਤਾ ਮੈਨੂੰ ਸਾਰਾ ਹੀ ਆ। ਕਬੀਰ ਦਾ ਇੱਕ ਸ਼ਲੋਕ ਆ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਅਵਗਨ ਕਰੇ। ਸਭ ਕੁਝ ਆਪਾਂ ਨੂੰ ਪਤਾ ਜੇ, ਪਰ ਪਤਾ ਨਹੀਂ ਉਹਦੀ ਕੋਈ ਤਰਸ ਕਹਿ ਲਓ, ਅਜੇ ਕਿਰਪਾ ਨਹੀਂ ਹੋ ਰਹੀ। ਪਤਾ ਹੁੰਦਿਆਂ ਵੀ ਉਹ ਚੀਜ਼ ਖੈੜਾ ਨਹੀਂ ਛੱਡਣ ਦੀ। ਤੇ ਗਿਆਨੀ ਪਿੰਦਰਪਾਲ ਜੀ ਕਹਿੰਦੇ ਹੁੰਦੇ ਅਰਦਾਸ ਹੀ ਕਰਿਆ ਕਰ ਬਸ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ। ਜਦੋਂ ਸਾਰੇ ਪਾਸੇ ਬਵਾ ਹੋ ਜੇ ਤੇ ਇੱਕੋ ਚੀਜ਼ ਬੰਦੇ ਦੇ ਕੋਲ ਅਰਦਾਸ, ਦੇਗ ਲੈ ਕੇ ਦਸਾਂ ਦੀ ਅਰਦਾਸ ਪੱਕੀ ਸ਼ੁਰੂ ਕਰਦੇ, ਮਹਾਰਾਜ ਬਚਾ ਲਓ ਮੈਨੂੰ, ਬਚਾ ਲਓ ਮੈਨੂੰ, ਬਸ ਇਹਦਾ ਹੱਲ ਹੋਰ ਕੋਈ ਨਹੀਂ ਜੀ।
ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਜਦੋਂ ਹੈਂਡਾ ਹੁਣ ਅਰਦਾਸ ਹੀ ਆ, ਮੈਂ ਆਪ ਕਹਿੰਦਾ ਏ ਸਾਰੀਆਂ ਗੱਲਾਂ ਪੜ੍ਹੀਆਂ ਵੀ ਆ ਵੀ ਕਾਮ ਦੇ ਨਾਲ ਕੀ ਹੁੰਦਾ ਬੰਦੇ ਨੂੰ, ਕ੍ਰੋਧ ਨਾਲ ਕੀ ਹੁੰਦਾ, ਲੋਭ ਨਾਲ ਕੀ ਹੁੰਦਾ, ਸਾਰਾ ਗਿਆਨ ਹੈਗਾ ਵੀ, ਤਾਂ ਵੀ ਨਹੀਂ ਖਹਿੜਾ ਛੱਡਣ ਦਾ, ਤਾਂ ਵੀ ਰਸ ਜਿਹਾ ਚਾਹੀਦਾ ਵੀ ਇਹ ਚੀਜ਼ 'ਚ ਰਸ ਆ। ਓਹੋ ਬਹੁਤ ਔਖਾ ਹੈ। ਤੁਮਾਰੇ ਸੱਚੇ ਪਾਤਸ਼ਾਹ ਕੀ ਅਰਦਾਸ ਹੀ ਕਰਿਆ ਕਰੋ। ਕਈ ਸਿੰਘ ਅਰਦਾਸ ਨੂੰ ਪੁੱਛਣਗੇ ਬਾਬਾ ਜੀ ਇੱਦਾਂ ਫਿਰ ਕਿੱਦਾਂ, ਮੈਂ ਕਿਹਾ ਹੁਣ ਮੈਂ ਕੀਤਾ ਤੁਹਾਡੇ ਨਾਲੋਂ ਵੀ ਤੰਗ। ਇਹ ਚੀਜ਼ਾਂ ਮੈਨੂੰ ਵੀ ਚਿੰਬੜੀਆਂ ਏ, ਤੁਹਾਨੂੰ ਵੀ ਚਿੰਬੜੀਆਂ ਏ, ਤੇ ਗੁਰੂ ਨੇ ਲਾਉਣੀਆਂ, ਹੋਰ ਕੋਈ ਤਾਕਤ ਨਹੀਂ ਹੈਗੀ ਲਾਉਣ ਵਾਲੀ। ਤੇ ਜਿੱਦਣ ਗਲੋਂ ਲੈ ਗਈਆਂ ਉਦਣ ਆਪਾਂ ਵੱਸ ਜਾਣਾ ਆਪਕੋ ਸਤਿਨਾਮ ਵਾਹਿਗੁਰੂ। ਜਿੱਦਾਂ ਕੀੜੇ ਪੈ ਜਾਣ ਨਾ ਬਾਂਹ ਲੱਤ 'ਚ, ਤੇ ਉਹ ਖਾ ਖਾ ਕੇ ਮਾਸ ਤੇ ਖੱਪਾ ਕਰ ਦਿੰਦੇ। ਤੇ ਉਹ ਪਸ਼ੂਆਂ ਦੇ, ਮੈਨੂੰ ਅਜੇ ਵੀ ਯਾਦ, ਇੱਕ ਛੋਟਾ ਜਿਹਾ ਬੱਚਾ ਸੀ ਤੇ ਹਰੇ ਭਲੇ ਦਾ ਕੰਮ ਹੋਇਆ, ਉਹਦੇ ਕਿਸੇ ਨੇ ਲੱਕ 'ਚ ਮਾਰਿਆ ਦਾਤਰ, ਤੇ ਇੰਨਾ ਕੀੜੇ। ਤੇ ਉਦੋਂ ਪੜ੍ਹਦਾ ਸੀ ਮੈਂ 8ਵੀਂ ਕਲਾਸ ਵਿੱਚ, ਵੀ ਤਰਸ ਇੱਦਾਂ ਦਾ ਕਰਿਆ ਕਰੋ। ਅਸੀਂ ਪੜ੍ਹ ਕੇ ਆ ਰਹੇ ਸੀ 5-6 ਮੁੰਡੇ, ਤੇ ਸਾਰਿਆਂ ਸਲਾਹ ਕੀਤੀ, ਕਹਿੰਦੇ ਵੀ ਇਹਨੂੰ ਬਚਾਈਏ। ਅਸੀਂ ਫਿਰ ਬਸਤੇ ਰੱਖੇ ਤੇ ਉਹਨੂੰ ਬੰਨ੍ਹ ਲਿਆ, ਉਹਦੀਆਂ ਲੱਤਾਂ ਵੀ ਜੋੜ ਲਈਆਂ ਚਾਰੇ, ਉਹਨੂੰ ਸੁੱਟ ਕੇ ਪੈਟਰੋਲ ਕੱਢਿਆ ਮੋਟਰਸਾਈਕਲ 'ਚ। ਪੈਟਰੋਲ ਜਿਹੜਾ 4-5 ਢੱਕਣ ਉਹਦੇ ਜ਼ਖਮ 'ਚ ਪਾਏ, ਇੱਕ ਵਾਰੀ ਬਾਂਗਾਂ ਤੇ ਉਹਦੀਆਂ ਨਿਕਲੀਆਂ, ਪਰ ਜਿੰਨੇ ਕੀੜੇ ਸੀ ਨਾ ਢੇਰੀ ਲੱਗ ਗਈ ਕੀੜਿਆਂ ਦੀ, ਐਡਾ ਖੱਪਾ ਲੱਗ ਗਿਆ, ਉਹ ਢੇਰੀ ਬਾਹਰ ਲੱਗ ਗਈ। ਫਿਰ ਅਸੀਂ ਉਹਦੇ ਵਿੱਚ ਫਰਨੈਲ ਪਾ ਕੇ, ਕਾਲਾ ਤੇਲ ਰੂੰ ਰੱਖ ਕੇ ਤੇ ਲੱਕ ਬੰਨ੍ਹਤਾ, ਤੇ ਜਿੰਨੀ ਕੁ ਮਹੀਨੀ ਉਹ ਨਿੱਕਾ ਜਿਹਾ ਲੱਠਾ ਟੱਕਰਿਆ ਤੇ ਉਹਦੇ ਲੱਕ 'ਚ ਆਰਾਮ ਆਇਆ, ਉੱਤੇ ਕੇਸ ਆ ਗਈ, ਬੜਾ ਸੋਹਣਾ, ਮੈਨੂੰ ਅਜੇ ਨਹੀਂ ਭੁੱਲਦਾ ਉਹ ਚੀਜ਼। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਕੀੜੇ ਆ, ਚਿੰਤਾ, ਕਾਮ, ਕ੍ਰੋਧ, ਲੋਭ, ਈਰਖਾ ਵੜ ਵੜ ਖਾਈ ਅੰਦਰ ਖਾਲੀ ਕਰੀ ਜਾਂਦੇ ਤੇਰਾ। ਇਹਨਾਂ ਕੀੜਿਆਂ ਦੀ ਦਵਾਈ ਆ ਗੁਰੂ ਨਾਨਕ ਦੀ ਬਾਣੀ ਤੇ ਅਰਦਾਸ। ਜਿੱਦਣ ਇਹ ਮਰ ਗਏ ਨਾ ਉਦੋਂ ਚਿਹਰੇ ਤੇ ਵੀ ਨੂਰ ਆ ਜਾਣਾ, ਮੱਥੇ ਤੇ ਵੀ ਐ ਖੇੜਾ ਆ ਜਾਣਾ, ਸਰੀਰ ਵੀ ਲੁੱਸ ਲੁੱਸ ਕਰਨ ਲੱਗ ਪੈਣਾ। ਐਂ ਹੀ ਫਿਰ ਝੂਟੇ ਜਿਹਨੂੰ ਮਹਾਂ ਆਨੰਦ ਕਹਿੰਦੇ ਨਾ ਗੁਰੂ ਸਾਹਿਬ ਜੀ, ਉਹ ਆਨੰਦ ਦੀ ਪ੍ਰਾਪਤੀ ਹੋਣੀ। ਫਿਰ ਦੁਨੀਆਦਾਰੀ ਖਤਮ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ। ਇਹ ਕੀੜੇ ਅਜੇ ਆਪਾਂ ਨੂੰ ਵੜ ਵੜ ਖਾਂਦੇ। ਅੱਗੇ ਸ਼ਬਦ ਆਇਆ ਸੀ ਮਹਾਰਾਜ ਦਾ, ਜਿਹੜੀ ਆਪਾਂ ਕਥਾ ਕਰ ਗਏ, ਏਕ ਸਵਾਨ ਦੋਏ ਸਵਾਨੀ ਨਾਲ। ਇੱਕ ਕੁੱਤਾ ਕਹਿੰਦੇ ਦੰਦੀਆਂ ਵੜਦਾ, ਉਹਦਾ ਨਾਂ ਲੋਭ। ਦੋਏ ਸਵਾਨੀ, ਦੋ ਕੁੱਤੀਆਂ ਵਾ, ਆਸਾ ਤੇ ਤ੍ਰਿਸ਼ਨਾ। ਭਲਕੇ ਭੌਂਕੇ ਸਦਾ ਬਿਆਲ, ਕਹਿੰਦੇ ਸਵੇਰੇ ਉੱਠਦੇ ਬੰਦੇ ਨੂੰ ਚਿੰਬੜ ਜਾਂਦੀਆਂ ਹੈ, ਲੋਭ ਤੇ ਆਸਾ ਤੇ ਚਿੰਤਾ। ਫਿਰ ਐਂ ਵੜ ਵੜ ਖਾਂਦੀਆਂ ਸਾਰਾ ਦਿਨ। ਤਾਂ ਕਰਕੇ ਕਹਿੰਦੇ ਪੁੱਛ ਲੈ ਆਪਣੇ ਗੁਰੂ ਨੂੰ, ਇਹ ਪੁੱਛ ਕੇ ਰਸਤਾ ਲੈ, ਫਿਰ ਤੈਨੂੰ ਮਿਲ ਜੂ। ਹੁਣ ਜਿੰਨਾ ਚਿਰ ਗੁਰੂ ਨਹੀਂ ਹੈਗਾ, ਕੋਈ ਵੀ ਚੀਜ਼ 'ਚੋਂ ਤਰੱਕੀ ਥੋੜ੍ਹਾ ਹੈਗੀ। ਆਪਣੇ ਆਪ ਮੰਨ ਲਓ ਬੰਦਾ ਡਰਾਈਵਰ ਬਣ ਜਾਂਦਾ, ਉਸਤਾਦ ਨਹੀਂ ਕੋਈ, ਕਿਤੇ ਮਾਰ ਖਾਊਗਾ। ਕੋਈ ਵੀ ਚੀਜ਼ ਦਾ ਉਸਤਾਦ ਸਿਰ 'ਤੇ ਹੱਥ ਬੜਾ ਜ਼ਰੂਰੀ ਹੁੰਦਾ, ਭਾਵੇਂ ਕੁਛ ਨਾ ਆਉਂਦਾ ਹੋਵੇ ਉਸਤਾਦ। ਇਹ ਵੀ ਗੱਲ ਨੋਟ ਕਰੇ। ਦੁਨਿਆਵੀ ਤੌਰ 'ਤੇ ਕਿਸੇ ਨੂੰ ਆਪਣਾ ਉਸਤਾਦ ਮੰਨ ਲਓ, ਉਹਨੂੰ ਸੂਟ ਦੇ ਦਿਓ, ਸਰੋਪਾ ਦੇ ਦਿਓ, ਭਾਵੇਂ ਤੁਹਾਡੇ ਤੋਂ ਵੀ ਗੁਣ 'ਚ ਘੱਟ ਆ, ਹੈ ਤੇ ਹੈ ਨਾ ਚੰਗਾ ਮਾੜਾ। ਜਿੱਦਾਂ ਕਹਿੰਦੇ ਨਾਰਦ ਜੀ ਦੀ ਸਾਖੀ ਗਿਆਨੀ ਜੀ ਨੇ ਸੁਣਾਈ ਵੀ, ਨਾਰਦ ਜਦੋਂ ਸਭਾ 'ਚ ਜਾਂਦਾ ਸੀ ਨਾ ਤੇ ਫੁੱਲਾਂ ਦੀ ਵਰਖਾ ਕਰਦੇ ਸੀ, ਮਾਰ ਅਤਰ ਛਿੜਕਣੇ। ਤੇ ਜਦੋਂ ਸਭਾ ਦੇਵਤਿਆਂ ਦੀ ਖਤਮ ਹੋਣੀ ਨਾ, ਜਿੱਦਾਂ ਕਥਾ ਸੰਪੂਰਨ ਹੁੰਦੀ, ਤੇ ਨਾਰਦ ਨੇ ਉੱਥੋਂ ਉੱਠਣਾ, ਤੇ ਜਿੰਨੀ ਜਗ੍ਹਾ 'ਤੇ ਉਹ ਬਹਿੰਦਾ ਸੀ ਨਾ, ਉੱਥੋਂ ਮਿੱਟੀ ਪੁੱਟ ਕੇ ਤੇ ਬਾਹਰ ਸੁੱਟ ਦਿੰਦੇ ਸੀ। ਇੱਕ ਦਿਨ ਕਿਸੇ ਨੇ ਨਾਰਦ ਨੂੰ ਆਖਿਆ, ਕਹਿੰਦੇ ਨਾਰਦ ਜੀ ਜਦੋਂ ਤੁਸੀਂ ਆਉਣੇ ਆ ਉਦੋਂ ਤੁਹਾਡਾ ਬੜਾ ਸਤਿਕਾਰ ਹੁੰਦਾ, ਜਦੋਂ ਜਾਂਦੇ ਤੇ ਜਿੱਥੇ ਬੈਠੇ ਹੋ ਮਿੱਟੀ ਪੁੱਟ ਦਿੰਦੇ ਆ। ਉਹਨਾਂ ਪੁੱਛਿਆ, ਹੇ ਪ੍ਰਭੂ, ਇਹ ਵਿਸ਼ਨੂੰ ਲక్ష్ਮੀ ਦੇ ਮਾਲਕ, ਮੇਰੇ ਤੋਂ ਕੀ ਗਲਤੀ ਹੋਈ ਆ? ਮੈਨੂੰ ਪਤਾ ਲੱਗਾ ਤੁਸੀਂ ਮੇਰੇ ਨਾਲ ਇੱਦਾਂ ਕਰਦੇ ਆ। ਤੇ ਪ੍ਰਭੂ ਜੀ ਕਹਿੰਦੇ, ਚਾਰਨ ਹੋਰ ਕੋਈ ਨਹੀਂ ਆ, ਤੂੰ ਨਾਮ ਬਹੁਤ ਜਪਦਾ, ਨਾਰਾਇਣ ਨਾਰਾਇਣ ਨਾਰਾਇਣ, ਪਰ ਦੁਨਿਆਵੀ ਤੌਰ 'ਤੇ ਤੇਰਾ ਗੁਰੂ ਨਹੀਂ ਹੈਗਾ, ਤਾਂ ਕਰਕੇ ਤੇਰੀ ਪੱਤ ਨਹੀਂ ਹੁੰਦੀ। ਠੀਕ ਹੈ, ਚਲੋ ਗਰੀਬੀ ਸੀ ਬਹੁਤਾ, ਅਸੀਂ ਗਿਆਨ ਨਹੀਂ ਲੈ ਸਕੇ, ਪਰ ਜਿਹੜੇ ਸਾਡੇ ਉਸਤਾਦ ਹੈਗੇ ਅਸੀਂ ਉਹਨਾਂ ਨੂੰ ਰੱਬ ਨੂੰ ਸਮਝੀਦਾ। ਕੋਈ ਸਮਾਗਮ ਹੋਵੇ ਆਪਣੇ ਉਸਤਾਦ ਨੂੰ ਲਿਆਈਦਾ, ਆਪਣੇ ਉਸਤਾਦ ਨੂੰ ਬਸਤਰ ਦੇ ਕੇ ਆਸ ਹੋ ਸਕਦਾ ਲਾਈਵ ਕਥਾ ਸੁਣਦੇ ਹੋ, ਝਿੜਕ ਵੀ ਦਿੰਦੇ ਹੁੰਦੇ, ਬਹੁਤ ਇੱਥੇ ਗਲਤ ਕਰ ਗਿਆ ਤੂੰ, ਆਹ ਚੀਜ਼ ਇੱਦਾਂ ਕੀਤੀ। ਉਸਤਾਦ ਆ ਨਾ, ਉਹਨਾਂ ਨੂੰ ਮਾਣ ਬਣਦਾ, ਸਨਮਾਨ ਦੇਈਦਾ ਵਾ। ਤੇ ਭਾਵੇਂ ਉਹ ਵਿਚਾਰੇ ਗ੍ਰੰਥੀ ਰਹਿ ਗਏ ਆ,
ਨਹੀਂ ਉਹਨਾਂ ਨੇ ਕਥਾ ਕੀਤੀ, ਗਿਆਨ ਹੈਗਾ, ਕਰਨੀ ਨਹੀਂ ਆਉਂਦੀ। ਪਰ ਅੱਜ ਵੀ ਮਾਣ ਹੁੰਦਾ ਹੈ ਵੀ ਹੈ ਤਾਂ ਕੋਈ ਸਿਰ ਤੇ ਹੈ ਨਾ, ਕਹਿਣ ਵਾਲਾ ਤੇ ਕੋਈ ਹੈਗਾ ਨਾ, ਪੁੱਤ ਤੂੰ ਇੱਥੇ ਗਲਤ ਆ, ਜੇ ਉਹਦੀ ਗੱਲ ਮੰਨਣ ਵਾਸਤੇ ਵੀ ਤੁਸੀਂ ਕਹੋਗੇ ਗਲਤ ਆ, ਮੈਂ ਕਹਿਣਾ ਤੁਹਾਨੂੰ ਕੀ ਹੁੰਦਾ, ਤੁਸੀਂ ਉਸਤਾਦ ਨਹੀਂ ਨਾ ਮੇਰੇ, ਸਰੋਤੇ ਆ ਨਾ। ਤੁਹਾਡੇ ਨਾਲ ਮੈਂ ਜਿੱਦ ਵੀ ਸਕਦਾ, ਅੜ ਵੀ ਸਕਦਾ, ਪਰ ਜਿਹੜਾ ਉਸਤਾਦ ਹੋਵੇ ਉਹ ਬੜੀ ਵੱਡੀ ਹੱਥ ਹੁੰਦਾ। ਤੇ ਮਹਾਰਾਜ ਕਹਿੰਦੇ ਕਦੇ ਵੀ ਆਪਣੇ ਮੁਰਸ਼ਦ ਤੇ ਤਰਕ ਨਾ ਕਰਿਓ। ਹੁਣ ਸੁਣਿਓ, ਇਹ ਸਾਖੀ ਸਮਝਾਉਣ ਲਈ ਆ। ਕਹਿੰਦੇ ਨਾਰਦ ਨੂੰ ਕਹਿੰਦੇ ਵੀ ਤੂੰ ਨਗੁਰਾ ਵਾ, ਤੇਰਾ ਗੁਰੂ ਨਹੀਂ ਹੈਗਾ। ਸਭਾ ਦੇ ਵਿੱਚੋਂ ਪਰੇਸ਼ਾਨ ਹੋਇਆ ਚਲੇ ਗਿਆ ਤੇ ਬਚਨ ਹੋਇਆ, ਕਹਿੰਦੇ ਜੀ ਗੁਰੂ ਕਿੱਥੋਂ ਲੱਭਾਂ? ਉਹ ਕਹਿੰਦੇ ਤੂੰ ਏਦਾਂ ਕਰੀ, ਪਰਮੇਸ਼ਰ ਅੱਗੇ ਅਰਦਾਸ ਕਰਕੇ ਜੀ ਜਦੋਂ ਸਵੇਰੇ ਨਿਕਲਿਆ ਨਾ, ਜਿਹੜਾ ਸਭ ਤੋਂ ਪਹਿਲਾ ਬੰਦਾ ਤੈਨੂੰ ਮਿਲੂਗਾ ਉਹਨੂੰ ਆਪਣਾ ਗੁਰੂ ਧਾਰ। ਹੁਣ ਜਦੋਂ ਨਾਰਦ ਜੀ ਨਿਕਲੇ ਤੇ ਅਗਲੇ ਪਾਸੇ ਉਹਦੀ ਖੇਡ ਕੀ ਰਚੀ, ਇੱਕ ਮੱਛੀਆਂ ਫੜਨ ਵਾਲਾ ਬੰਦਾ ਹੰਸਿਆਰਾ ਜਾਲ ਲਾ ਕੇ ਬੈਠਾ, ਤੇ ਨਾਰਦ ਜੀ ਨੇ ਪੈਰੀਂ ਪੈ ਗਏ, ਕਹਿੰਦੇ ਤੂੰ ਮੇਰਾ ਗੁਰੂ ਤੇ ਮੈਂ ਤੇਰਾ ਚੇਲਾ। ਉਹਨੇ ਆਖਿਆ ਚਲੋ ਠੀਕ ਆ। ਤੇ ਜਦੋਂ ਬੜੀ ਖੁਸ਼ੀ ਹੋਈ, ਆਏ ਸਭਾ ਦੇ ਵਿੱਚ, ਤੇ ਪ੍ਰਭੂ ਨੇ ਪੁੱਛਿਆ, ਕਹਿੰਦੇ ਉਸਤਾਦ ਮਿਲ ਗਿਆ, ਗੁਰੂ ਮਿਲ ਗਏ? ਗਲਤੀ ਕਰ ਗਿਆ ਬਹੁਤ ਵੱਡੀ। ਕਹਿੰਦਾ ਮਿਲਿਆ ਤੇ ਹੈਗਾ, ਪਰ ਮਿਲਿਆ ਮੱਛੀਆਂ ਫੜਨ ਵਾਲਾ। ਆਖੋ ਸਤਿ। ਆਪਣੇ ਗੁਰੂ ਤੇ ਨਾ ਤਰਕ ਕਰੀ ਸਿੱਖਾ, ਸ਼ਰਧਾ ਕਰਕੇ ਪੱਥਰਾਂ ਦੇ ਵਿੱਚੋਂ ਵੀ ਧੰਨੇ ਨੇ ਲੱਭ ਲਿਆ। ਤੇਰੀ ਸ਼ਰਧਾ ਨਹੀਂ, ਤੇਰੇ ਸਾਹਮਣੇ ਗੁਰੂ ਸਾਹਿਬ ਬੈਠਾ ਤੇ ਤੂੰ ਗੋਲੀਆਂ ਚਲਾਈ ਜਾਂਦਾ। ਆਖੋ ਸਤਿ। ਹੁਣ ਗੱਲ ਤੇ ਸ਼ਰਧਾ ਦੀ ਨਾ। ਧੰਨੇ ਭਗਤ ਨੇ ਆਪਾਂ ਕਿਹਾ ਪੱਥਰ ਚੋਂ, ਉਹਨੇ ਕਿਹਾ ਆ ਬਾਹਰ। ਤੇ ਗੁਰੂ ਅਰਜਨ ਸਾਹਿਬ ਦਾ ਸਕਾ ਭਰਾ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਸੀਹੇ ਮਸੰਦ ਤੋਂ ਧੀਰ ਮਲ ਨੇ ਗੋਲੀ ਚਲਾਤੀ, ਮਾਰੇ ਦੇ ਮੱਥੇ ਨੂੰ ਲੱਗ ਕੇ ਲੰਗੀ। ਉੱਥੇ ਕੀ ਕਵਾਂਗੇ ਹੁਣ? ਜਦੋਂ ਸ਼ਰਧਾ ਖਤਮ ਹੋ ਗਈ ਉਦੋਂ ਰੁਤਬੇ ਖਤਮ ਹੋ ਜਾਣੇ। ਹੁਣ ਸਾਡੀ ਆਉਣ ਵਾਲੀ ਪੀੜ੍ਹੀ ਦੀ ਸ਼ਰਧਾ ਹੀ ਖਤਮ ਕਰਨ ਦੇ ਉਹ ਲੋਕ, ਇਹਨਾਂ ਦੇ ਬੱਚੇ ਗੁਰੂ ਤੋਂ ਟੁੱਟ ਜਾਣ, ਅੰਮ੍ਰਿਤ ਵੇਲੇ ਛੱਡ ਜਾਣ, ਨਿਤ ਨੇ ਉਹ ਸ਼ਰਧਾ ਹੀ ਨਹੀਂ ਕਰਨ ਦੇ ਆਪਣੀ ਕੌਮ ਨੂੰ। ਤੇ ਸ਼ਰਧਾ ਦੇ ਨਾਲ ਹੀ ਰਿਸ਼ਤਾ। ਗੁਰੂ ਬਾਜਾਂ ਵਾਲਾ ਵੀ ਕਹਿ ਕੇ ਗਿਆ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਾ। ਸ਼ਰਧਾ ਨਾ ਬੀਬੇ ਬਾਪੂ ਆ, ਜਦੋਂ ਸ਼ਰਧਾ ਖਤਮ ਤੇ ਕਿਹੜਾ ਪਿਓ ਤੇ ਕਿਹੜੀ ਬੇਬੇ। ਫਿਰ ਤੇ ਉਹ ਇਹ ਬਣ ਜਾਣੇ ਬੁੜਾ ਤੇ ਬੁੜੀ। ਓਏ ਬੁੜਿਆ ਦਫਾ ਹੋ ਜਾ, ਜਾਂ ਕਈ ਫੜ ਕੇ ਲਿਆ, ਉਹ ਬੁੜੀਏ ਜਾਂ ਪਾਣੀ ਲਿਆ, ਕਿਉਂਕਿ ਸ਼ਰਧਾ ਖਤਮ ਹੈ। ਜੇ ਸ਼ਰਧਾ ਤੇ ਫਿਰ ਕਹੂਗਾ ਪਿਤਾ ਜੀ, ਬਾਪੂ ਜੀ ਤੁਸੀਂ ਇੱਥੇ ਬੈਠੋ, ਮੈਂ ਆਇਆ। ਮਾਂ ਤੂੰ ਇੱਥੇ ਬਹਿ। ਕੀ ਬੋਲਦਾ ਵਿੱਚ? ਸ਼ਰਧਾ। ਜਦੋਂ ਸ਼ਰਧਾ ਖਤਮ ਹੋ ਗਈ ਤੇ ਬੁੜਾ ਬੁੜੀ ਰਹਿ ਜਾਣੇ। ਆਖੋ ਸਤਨਾਮ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਹੈ, ਜੇ ਸ਼ਰਧਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ, ਜੇ ਨਿਸ਼ਰਦਕ ਹੋ ਗਿਆ ਤੇ ਉਹਨੇ ਕਹਿਣਾ ਗ੍ਰੰਥ ਹੈ, ਕਿਤਾਬ ਹੈ, ਗਿਆਨ ਹੈ, ਹੈਗੇ ਆ ਜਬਲੀਆਂ ਮਾਰਨ ਵਾਲੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ। ਨਾਰਦ ਨੇ ਗਲਤੀ ਕਰਤੀ, ਕਹਿੰਦਾ ਗੁਰੂ ਤੇ ਮਿਲਿਆ ਹੰਸਿਆਰਾ ਵਾ। ਸ਼ਰਾਪ ਹੋ ਗਿਆ ਸਭਾ 'ਚ। ਕਹਿੰਦੇ ਜਾ ਓਏ, ਗੁਰੂ ਤੇ ਸ਼ੱਕ ਕਰਨ ਵਾਲਿਆ, ਤੈਨੂੰ 84 ਭੁਗਤਣੀ ਪਵੇ। ਜਦੋਂ ਬਚਨ ਹੋ ਗਿਆ ਤੈਨੂੰ 84 ਭੁਗਤਣੀ ਪਣੀ। ਆਪਣੇ ਗੁਰੂ ਤੇ ਸ਼ੱਕ ਕਰ ਲਏ। ਉਸ ਵੇਲੇ ਫਿਰ ਇੰਨਾ ਵਿਰਾਗ ਕੀਤਾ, ਬੜੇ ਰੋਏ ਕੁਰਲਾਏ ਤੇ ਕਿਹਾ ਮੇਰਾ ਕੀ ਹੋਵੇਗਾ? ਕਹਿੰਦੇ ਜਾ ਕੇ ਆਪਣੇ ਮੁਰਸ਼ਿਦ ਨੂੰ ਪੁੱਛ, ਸਾਨੂੰ ਕੀ ਪੁੱਛਦਾ। ਜਾ ਕੇ ਜਦੋਂ ਗਿਆ ਪੁੱਛਿਆ ਤੇ ਉਹ ਕਹਿੰਦਾ ਮੈਂ ਮੱਛੀਆਂ ਫੜਦਾ ਨਹੀਂ ਸੀ, ਮੈਂ ਤੇਰਾ ਅੰਦਰ ਵੇਖਿਆ ਸੀ ਵੀ ਟਿਕਦਾ ਕਿ ਨਹੀਂ। ਉਹ ਭੇਸ ਹੀ ਬਦਲਿਆ ਸੀ ਉਹਨੇ, ਉਸਤਾਦ ਨੇ ਵੀ। ਉਹ ਫਿਰ ਰੋਇਆ, ਕਹਿੰਦਾ ਮੇਰਾ ਭਲਾ ਕਰੋ, ਮੈਨੂੰ ਤਾਂ ਸ਼ਰਾਪ ਹੋ ਗਿਆ ਵੀ ਤੂੰ ਆਪਣੇ ਗੁਰੂ ਤੇ ਸ਼ੱਕ ਕੀਤਾ। ਗੁਰ ਕੀ ਨਿੰਦਾ ਸੁਣੈ ਨਾ ਕਾਣ, ਜਾਂ ਤੈਨੂੰ 84 ਭੁਗਤਣੀ ਪਵੇ। ਤੇ ਫਿਰ ਉਹਨੇ ਤਰਸ ਕੀਤਾ। ਗੁਰੂ ਕੀ ਹੁੰਦਾ? ਗੋ ਨਾਮ ਹੈ ਹਨੇਰੇ ਦਾ, ਰੂ ਨਾਮ ਹੈ ਪ੍ਰਕਾਸ਼ ਦਾ। ਵਿਆਕਰਨ 'ਚ ਗੁਰੂ ਜਿਹੜਾ ਤੁਹਾਨੂੰ ਹਨੇਰੇ 'ਚੋਂ ਚਾਨਣ ਦਿਖਾਵੇ ਉਹਨੂੰ ਗੁਰੂ ਕਹਿੰਦੇ। ਕਹਿੰਦੇ ਜਾ ਪੁੱਤ ਫਿਰ ਏਦਾਂ ਕਰੀ, ਦੇਵ ਜਨਾਂ ਨੂੰ ਕਹੀਂ ਵੀ ਮੈਨੂੰ 84 ਦਾ ਨਕਸ਼ਾ ਬਣਾ ਕੇ ਦਿਓ ਧਰਤੀ 84 ਲੱਖ ਦਾ। ਉਹਨਾਂ ਨੇ ਬਣਾਇਆ। ਤੇ ਕਹਿੰਦੇ ਫਿਰ ਕੀ ਕਰੀ, ਕੱਪੜੇ ਉਤਾਰ ਕੇ ਤੇ ਉਹਦੇ ਤੇ ਲੇਟੀ। ਉਹ ਨਕਸ਼ਾ ਜਿਹੜਾ ਬਣਾ ਕੇ ਦੇਣਗੇ ਨਾ, ਉਹ ਸਾਰਾ ਲੇਟ ਕੇ ਤੂੰ ਮਿਟਾਉਣਾ, ਜਾਂ ਤੇਰੀ 84 ਮਿਟ ਜੇਗੀ। ਗੁਰੂ ਨੇ ਫਿਰ ਵੀ ਜੁਗਤ ਦੇਤੀ। ਫਿਰ ਨਾਰਦ ਨੇ ਇਦਾਂ ਕੀਤਾ, ਸਰੀਰ ਕਰਕੇ 84 ਲੱਖ ਜੂਨਾਂ ਭੋਗਣੀਆਂ ਸੀ। ਉਹਨਾਂ ਨੇ ਮੈਪ ਬਣਾਤਾ ਤੇ ਉਹਨੇ ਆਪਦੇ ਸਰੀਰ ਦੇ ਨਾਲ ਹੀ, ਸਰੀਰ ਨੇ ਆਪਾਂ 84 ਭੁਗਤਣੀ ਆ ਸਾਰੀ। ਉੱਪਰ ਲੇਟ ਕੇ ਇਹਨੂੰ ਕਹਿੰਦੇ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਮੰਡੀ ਦਾ ਰਾਜਾ ਆਇਆ ਸੀ ਨਾ, ਗੁਰੂ ਅਰਜਨ ਸਾਹਿਬ ਦੇ ਪਾਠ ਕਰ ਰਹੇ ਸੀ ਬਾਪੂ। ਉਹ ਕਹਿੰਦੇ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਉਹ ਕਹਿੰਦਾ ਜੇ ਲੇਖ ਹੀ ਨਹੀਂ ਮਿਟਣੇ ਤੇ ਗੁਰਦੁਆਰੇ ਕੀ ਕਰਨਾ।
ਫਿਰ ਮਹਾਰਾਜ ਨੂੰ ਮੱਥਾ ਕਾਹਤੋਂ ਟੇਕਣਾ, ਬਾਣੀ ਕਿਉਂ ਪੜ੍ਹਨੀ? ਜਿੱਦਾਂ ਅੱਜ ਕਈ ਕਹਿਣਗੇ ਲੈ ਜੇ ਬਾਬਾ ਲੇਖ ਹੀ ਭੋਗਣੇ ਤੇ ਫਿਰ ਕੀ ਫਾਇਦਾ, ਫਿਰ ਰਹਿਣ ਦਿਓ। ਉਹਨੇ ਵੀ ਇਦਾਂ ਹੀ ਕਿਹਾ ਸੀ, ਕਹਿੰਦੇ ਮਹਾਰਾਜ ਜੇ ਲੇਖ ਨਹੀਂ ਮਿਟਣੇ ਤੇ ਕੀ ਫਾਇਦਾ ਗੁਰੂ ਘਰ ਆਉਣ ਦਾ। ਮਹਾਰਾਜ ਕਹਿੰਦੇ ਰਾਤ ਰਹਿ, ਰਾਤ 'ਚ ਹੀ ਉਹਦੀ 84 ਕਟਾਤੀ ਸੀ ਗੁਰੂ ਅਰਜਨ ਸਾਹਿਬ ਜੀ ਨੇ। ਸੁਪਨੇ ਆਏ ਇੱਦਾਂ ਦੇ, ਕਈ ਵਾਰੀ ਜੰਮਿਆ ਕਈ ਵਾਰੀ ਮਰਿਆ, ਬੁਰੀ ਹਾਲ ਹੋਈ। ਕਹਿੰਦੇ ਮਹਾਰਾਜ ਚੰਗਾ ਰੱਖਿਆ, ਗੁਰੂ ਘਰ ਤੇ ਸੁੱਖ ਮਿਲਦਾ, ਮੈਨੂੰ ਤਾਂ ਨੀਂਦ ਨਹੀਂ ਆਈ। ਮਹਾਰਾਜ ਕਹਿੰਦੇ ਸ਼ੁਕਰ ਕਰ, ਜਿਹੜੀਆਂ ਤੂੰ 200-250 ਸਾਲ 'ਚ ਜੂਨਾਂ ਭੁਗਤਣੀਆਂ ਸੀ ਨਾ, ਉਹ ਤੇਰੀਆਂ ਅਸੀਂ 5-6 ਘੰਟਿਆਂ 'ਚ ਹੀ ਨਿਬੇੜਤੀਆਂ। ਸਤਿਨਾਮ ਵਾਹਿਗੁਰੂ। ਧੰਨ ਮੇਰੇ ਪਾਤਸ਼ਾਹ ਦਿਆਲੂ ਨੇ। ਸਾਧ ਸੰਗਤ ਜੀ ਪੁੱਛ ਕੇ ਚੱਲਿਆ ਕਰੋ ਗੁਰੂ ਨੂੰ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਗੁਰ ਪੂਛ ਕਰੇ ਬਾਬਾ, ਗੁਰੂ ਨੂੰ ਜ਼ਰੂਰ ਪੁੱਛਿਆ ਕਰੋ ਜਿਹੜੇ ਇਸ ਰਸਤੇ ਤੇ ਤੁਰੇ ਆ ਨਾ, ਪਾਠ ਤੇ ਸੇਵਾ ਸਿਮਰਨ ਤੇ, ਤੁਹਾਰੇ ਦੀ ਸਲਾਹ ਲੈ ਲਿਆ ਕਰੋ। ਸਲਾਹ ਕੀ ਹੈ? ਗੁਰੂ ਦੀ ਕਥਾ ਸੁਣਿਆ ਕਰੋ, ਕੀਰਤਨ ਸੁਣਿਆ ਕਰੋ, ਕੋਈ ਸੁਲਝੀ ਹੋਈ ਰੱਬ ਦੇ ਪਿਆਰਿਆਂ ਨਾਲ ਭਜਨ ਵਿਲਾਸ ਕਰ ਲਿਆ ਕਰੋ। ਹਾਂਜੀ। ਹਰ ਨਾਮ ਸਲਾਹਣ ਸਦਾ ਸਦਾ, ਵਖਰ ਹਰ ਨਾਮ ਆਧਾਰ। ਕਹਿੰਦੇ ਹਰੀ ਦੇ ਨਾਮ ਨੂੰ ਰੋਜ਼ ਸਲਾਉਂਦੇ ਨੇ, ਸਦਾ ਸਦਾ। ਵਖਰ ਕਹਿੰਦੇ ਸੌਦੇ ਨੂੰ, ਕਹਿੰਦੇ ਇਹ ਗੁਰੂ ਦਾ ਸੌਦਾ ਹੈ ਆਸਰਾ, ਇਹਨੂੰ ਸੰਭਾਲ ਕੇ ਰੱਖੋ, ਬਾਕੀ ਕੁਝ ਨਹੀਂ ਹੁੰਦਾ। ਆ ਸਭ ਸ੍ਰਿਸ਼ਟੀ 'ਤੇ ਜੋ ਕੁਝ ਵੀ ਤੁਸੀਂ ਕਮਾਇਆ ਖੱਟਿਆ, ਇਹ ਪਿਆ ਹੀ ਰਹਿ ਜਾਣਾ, ਪਰ ਇਹ ਸੌਦਾ ਜਿਹੜਾ ਇਹ ਨਾਲ ਜਾਣਾ। ਕੋਲੇ ਰੱਖਿਓ ਤੇ ਫਿਰ ਜਲ ਪਾਣੀ ਛਕ ਲਾਂਗੇ, ਆਸਰਾ ਮਿਲੇਗਾ। ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਹਰ ਭਗਤਾਂ ਟੁੱਟ ਭੰਡਾਰ। ਤੇ ਪੂਰੇ ਗੁਰੂ ਨੇ ਦ੍ਰਿੜ ਕਰਾਇਆ ਤੈਨੂੰ, ਇਹ ਨਕਲੀਆਂ ਨੇ ਨਹੀਂ ਕਰਾਉਣਾ। ਇਹ ਵੀ ਨਾਲ ਕਹਿਤਾ, ਇੱਥੇ ਭਜਨ ਲਿਖਿਆ ਹੈ ਪੂਰਾ। ਹੁਣ ਧੂਰੇ ਬਹੁਤੇ ਡੇਰੇ ਬਣ ਗਏ, ਬੜੀ ਦੁਨੀਆ ਬੈਠੀ ਠੱਗਣ। ਉਹ ਤਾਂ ਕਹਿੰਦੇ ਬਸ ਲਿਫਾਫਾ ਭਰ ਕੇ ਲੈ ਆਓ ਤੇ ਤੁਹਾਡੇ ਸਾਰੇ ਮਸਲੇ ਹੱਲ ਕਰ ਦਿੰਦੇ ਹੈ। ਬਸ ਹਾਲੂ ਲੱਗੀ ਹੋਣਾ, ਉਹ ਤੇ ਆਪ ਡੁੱਬੇ ਚੋ ਬੇਦ ਮੈਂ। ਇਹਦੇ ਪੂਰੇ ਗੁਰੂ ਦੇ ਕੋਲ ਦ੍ਰਿੜ ਕਰ ਨਾਮ, ਹਰ ਭਗਤਾਂ ਟੁੱਟ ਭੰਡਾਰ। ਫਿਰ ਉਹ ਖਜ਼ਾਨਾ ਜਿਹੜਾ ਕਦੇ ਨਹੀਂ ਮੁੱਕਦਾ ਤੈਨੂੰ ਮਹਾਰਾਜ ਦੇਣਗੇ, ਤੇ ਤੂੰ ਉਹਨਾਂ ਕੋ ਤੁਰਿਆ ਫਿਰਦਾ ਜਿਹੜੇ ਆਪ ਮੰਗਤੇ ਹਨ। ਭਾਈ ਰੇਸ ਮਨ ਕੋ ਸਮਝਾਏ। ਮਹਾਰਾਜ ਕਹਿੰਦੇ ਮੇਰੇ ਭਾਈ ਜਨੋ, ਇਹ ਆਪਣਾ ਮਨ ਜਿਹੜਾ ਇਹਨੂੰ ਮਨਾਓ, ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਸਮਝਾਓ। ਇਹ ਵੈਸੇ ਸਮਝਦਾ ਨਹੀਂ, ਇਹ ਬਾਂਦਰ ਦੀ ਜਿਨਸ ਹੈ ਮਨ ਜਿਹੜਾ। ਤੇ ਬਾਂਦਰ ਇਦਾਂ ਦਾ ਜੀਵ ਹੈ ਜਿਹਦਾ ਘਰ ਨਹੀਂ ਹੁੰਦਾ। ਸਾਰੇ ਪਸ਼ੂ ਪੰਛੀਆਂ ਦਾ ਟਿਕਾਣਾ ਹੈਗਾ ਕਿਤੇ ਨਾ ਕਿਤੇ, ਬਾਂਦਰ ਤਾਂ ਕਿਤੇ ਨਹੀਂ। ਏਡਾ ਨੈਸ਼ ਹੈ ਨਾ ਇਹ ਜੀਵ। ਇਹ ਨਿੱਕੇ ਨਿੱਕੇ ਚਿੜੀਆਂ ਦੇ ਆਲ੍ਹਣਿਆਂ 'ਚੋਂ ਆਂਡੇ ਭੰਨ ਦਿੰਦਾ, ਆਂਡੇ ਤੋੜ ਦਿੰਦਾ ਤੇ ਉਹਨਾਂ ਨਾਲ ਖੇਡਦਾ ਵਾ। ਇਸੇ ਤਰ੍ਹਾਂ ਮਨ ਜਿਹੜਾ ਹੈ ਇਹ ਵੀ ਬੜਾ ਬੁਰਾ ਹੈ, ਪਾਪੀ ਹੈ। ਪਾਪੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ 'ਚ ਭੱਜਾ ਫਿਰਦਾ ਰਹਿੰਦਾ, ਕਿਤੇ ਕਿਤੇ ਤੇ ਬੰਦਗੀ ਕਰਦਾ, ਕਿਤੇ ਸ਼ੈਤਾਨ ਬਣ ਜਾਂਦਾ। ਇਹ ਮਨ ਦੀ ਅਵਸਥਾ ਵਾ। ਕਈ ਵਾਰੀ ਤੇ ਇਦਾਂ ਹੀ ਕਰੀ ਜਾਂਦਾ, ਮਹਾਰਾਜ ਮੇਰਾ ਕੁਛ ਨਹੀਂ, ਮਹਾਰਾਜ ਮੇਰਾ ਕੁਛ ਨਹੀਂ। ਤੇ 2 ਘੰਟੇ ਬਾਅਦ ਪੰਗਾ ਪਾ ਕੇ ਬਹਿ ਜਾਂਦਾ, ਕਹਿੰਦਾ ਮੇਰਾ ਖੋਇਆ ਤੂੰ। ਇਹ ਮਨ ਹੈ, ਇਹ ਕਾਬੂ 'ਚ ਬਹੁਤ ਉਡਾਰੀਆਂ ਲਾਉਂਦਾ ਇੱਧਰ ਉੱਧਰ ਕਈ ਗੱਲਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਰੇ ਇਸ ਮਨ ਕੋ ਸਮਝਾ, ਇਹ ਮਨ ਨੂੰ ਕਾਬੂ ਕਰ ਲਾ, ਫੇਰ ਹੀ ਸੁੱਖ ਹੋਣਾ। ਹੁਣ ਜਿਨ੍ਹਾਂ ਦਾ ਮਨ ਨਹੀਂ ਟਿਕਣ ਦਿਆ, ਭਾਵੇਂ ਅਮਰੀਕਾ ਸਾਰਾ ਖਰੀਦ ਲੈਣ, ਉਹਨਾਂ ਰੋਂਦੇ ਰਹਿਣਾ। ਜਿਹੜੇ ਬੰਦੇ ਦਾ ਮਨ ਟਿਕ ਗਿਆ, ਉਹ ਇੱਕ ਕਮਰੇ 'ਚ ਰਹਿ ਕੇ 2 ਫੁਲਕੇ ਛਕ ਕੇ ਵੀ ਆਪਣੀ ਬੋਰੀ 'ਤੇ ਬੈਠਾ ਆਨੰਦ ਲੈਣ ਦਿਆ, ਬਾਦਸ਼ਾਹੀ ਮਾਨਣ ਗਿਆ। ਮਨ ਦੀ ਗੱਲ ਆ, ਜੇ ਮਨ ਬਸ ਆਵੇ ਨਾਨਕਾ ਪੂਰਨ ਕਿਰਪਾ ਹੋਏ। ਜਦੋਂ ਗੁਰੂ ਨੇ ਮਨ ਟਿਕਾਤਾ ਨਾ, ਬਾਂਦਰ ਨੂੰ ਬਿਠਾਤਾ ਇੱਕ ਥਾਂ 'ਤੇ ਵੀ ਬਹਿ ਜਾ, ਤੇ ਨਹੀਂ ਤੇ ਉਹਨਾਂ ਚਿਰ ਇਹਨੇ ਸੁੱਖ ਨਹੀਂ ਲੈਣਾ। ਇਹਨੇ ਕੋਈ ਨਾ ਕੋਈ ਪੰਗਾ ਪਾਈ ਰੱਖਣਾ, ਆਪਣਾ ਤੇ ਇਹਨੇ ਬਣਾਉਣਾ ਨਹੀਂ ਆ। ਜਿੱਦਾਂ ਕਹਿੰਦੇ ਮੀਂਹ ਪਵੇ ਤੇ ਬਿਜੜਾ ਬੈਠਾ ਆਲਣੇ 'ਚ, ਤੇ ਗੜੇ ਆ ਗਏ ਤੇ ਬਾਂਦਰ ਦੇ ਸਿਰ 'ਚ ਵੱਜੇ, ਤੇ ਬਿਜੜਾ ਕਹਿੰਦਾ ਬਾਂਦਰਾ ਬੰਦਿਆਂ ਵਰਗੇ ਹੱਥ ਪੈਰ ਆਪਣਾ ਘਰ ਪੂਰੀ ਬਣਾ ਲਿਆ ਕਰ, ਕਿੱਦਾਂ ਭਿੱਜਣ ਦਿਆਂ। ਕਹਿੰਦਾ ਕੋਈ ਨਹੀਂ ਪੁੱਤ, ਮੀਂਹ ਹਟ ਲੈਂਦੇ, ਜੇ ਤੇਰਾ ਵੀ ਤੀਲਾ ਨਾ ਕੀਤਾ ਤੇ ਮੈਨੂੰ ਬਾਂਦਰ ਕਿਤੇ ਕਹਿਣਾ ਆਖੋ ਸਤਿਨਾਮ। ਸਾਡੇ ਮਨ ਦੀ ਫਿਤਰਤ ਬਾਂਦਰ ਵਾਲੀ ਆ। ਇਹਨੇ ਆਪ ਪਾਠ ਕਰਨਾ ਨਹੀਂ, ਕਿਸੇ ਨੂੰ ਕਰਨ ਦੇਣਾ ਨਹੀਂ। ਇਹਨੇ ਆਪ ਗੁਰਦੁਆਰੇ ਆਉਣਾ ਨਹੀਂ, ਕਿਸੇ ਨੂੰ ਆਉਣ ਦੇਣਾ ਨਹੀਂ। ਇਹਨੇ ਆਪ ਗੁਰੂ ਵਾਲਾ ਬਣਨਾ ਨਹੀਂ, ਕਿਸੇ ਨੂੰ ਬਣਨ ਦੇਣਾ ਨਹੀਂ। ਇੱਦਾਂ ਦੀਆਂ ਗੱਲਾਂ 'ਚ ਪਤਿਆ ਲੈਂਦਾ। ਚੰਗੇ ਭਲੇ ਬੰਦੇ ਨੂੰ ਗੁਰੂ ਤੋਂ ਤੋੜ ਦਿੰਦੇ, ਅਗਲੇ ਨੇ ਮਾਰ ਛੱਲਾ ਤੋੜ ਦੇਵੇ।
ਗੱਲਾਂ ਹੀ ਪਤਾ ਨਹੀਂ ਕਿੱਥੋਂ ਲਿਖ ਕੇ ਕਿਤਾਬਾਂ ਤੇ ਰੱਖੀਆਂ, ਪ੍ਰਚਾਰ ਹੀ ਉਸ ਹਿਸਾਬ ਨਾਲ ਕਰਦੇ। ਉਹ ਪੰਕਤੀਆਂ ਲੱਭ ਕੇ ਮਹਾਰਾਜ ਦੇ ਵਿੱਚੋਂ ਚੰਗਾ ਭਲਾ ਨੇਮੀ ਬੰਦਾ ਵੀ 10 ਮਿੰਟ ਉਹਨਾਂ ਨੂੰ ਸੁਣ ਲੇ ਨਾ, ਉਹ ਵੀ ਕਹੂਗਾ ਅੱਜ ਬਾਬਾ ਹੀ ਅੱਜ ਸੁਣਿਆ, ਅਸਲੀ ਪਹਿਲੇ ਤੇ ਗਲਤੀ ਸੁਣਾਈ ਗਿਆ। ਇਹ ਨਹੀਂ ਪਤਾ ਵੀ ਤੇਰੀ ਭਰੀ ਹੋਈ ਬਾਲਟੀ ਮੁੱਧੀ ਕਰਨ ਵਾਲਾ ਇਹੋ ਹੀ ਮਾਂ ਦਾ ਪੁੱਤ, ਜਿਹਨੂੰ ਕਬੀਰ ਸਾਹਿਬ ਨੇ ਆਖਿਆ ਸਾਖਤ ਸੰਗ ਨਾ ਕੀਜੀਗਾ ਦੂਰੇ ਜਾਈਏ ਭਾਗ। ਤੂੰ ਸਾਖਤ ਬੰਦੇ ਨੂੰ ਵੇਖ ਕੇ ਬਹਿ ਨਿਕਲ ਜਾਣਾ, ਰੁਕਣਾ ਨਹੀਂ। ਤੇ ਅੱਜ ਅਸੀਂ ਉਹਨਾਂ ਨੂੰ ਮਿਲਦੇ, ਫੋਟੋਆਂ ਖਿਚਾਉਣੇ ਆ, ਤੇ ਫਿਰ ਭਲਾ ਕਿਤੋਂ ਹੋਊਗਾ, ਬਚਣਾ ਮੁਸ਼ਕਲ ਹੀ ਹੈ, ਕਿਉਂਕਿ ਸਾਖਤ ਸੇਤੀ ਸੰਗ ਨਾ ਕਰੀਓ। ਮਹਾਰਾਜ ਕਹਿੰਦੇ ਸਾਖਤ ਬੰਦੇ ਨਾਲ ਸੰਗ ਕਰੇਗਾ, ਮੂੰਹ ਕਾਲਖ ਦਾਗ ਲਗਾਏ, ਦਾਗ ਹੀ ਲੱਗਣਾ ਹੈ। ਇਹ ਮਨ ਆਲਸ ਕਿਆ ਕਰਹਿ, ਗੁਰਮੁਖ ਨਾਮ ਧਿਆਏ। ਤੇ ਮਨਾ ਦਲਿੱਦਰ ਨਾ ਕਰਿਆ ਕਰ, ਆਲਸ ਨਾ ਕਰਿਆ ਕਰ, ਗੁਰੂ ਦਾ ਨਾਮ ਜਪ ਲਾ, ਛੇਤੀ ਛੇਤੀ, ਟਾਈਮ ਥੋੜਾ ਹੈ। ਨਾਮ ਦੇ ਕੇ ਕਿਰਪਾ ਕਰਦੇ ਹਨ, ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ। ਕਹਿੰਦੇ ਕੋਈ ਗੁਰਮੁਖ ਵਿਚਾਰ ਕਰੇ ਨਾ, ਅਸਲ ਦੇ ਵਿੱਚ ਹਰੀ ਦੀ ਭਗਤੀ ਉਹਦਾ ਪਿਆਰ। ਆਪਾਂ ਕਹਿੰਦੇ ਨਾ ਪਰਮੇਸ਼ਰ ਮੇਰੇ ਸਾਹਮਣੇ ਹੋਵੇ ਕਿਤੇ, ਤੇ ਮੈਂ ਉਹਨੂੰ ਦੁੱਖ ਸੁੱਖ ਸੁਣਾਵਾਂ, ਉਹ ਮੇਰਾ ਸੁਣੇ, ਮੇਰੇ ਨਾਲ ਗੱਲਾਂ ਕਰੇ। ਤੇ ਗੁਰੂ ਅਮਰਦਾਸ ਕਹਿੰਦੇ ਹਰ ਭਗਤ ਹਰ ਕਾ ਪਿਆਰ। ਆ ਜਿਹੜਾ ਤੂੰ ਬਹਿ ਕੇ ਪਾਠ ਕਰਨ ਦਿਆ ਨਾ, ਜਾਂ ਕਥਾ ਸੁਣਦਾ ਤੁਸੀਂ, ਜਾਂ ਵਾਹਿਗੁਰੂ ਵਾਹਿਗੁਰੂ, ਮਹਾਰਾਜ ਕਹਿੰਦੇ ਇਹ ਪਿਆਰ ਹੀ ਆ ਉਹਦਾ ਇੱਕ, ਕਿਉਂਕਿ ਸਭ ਤੋਂ ਵੱਡਾ ਪਿਆਰ ਹੈ। ਇਸ ਵੇਲੇ ਕੋਈ ਹਸਪਤਾਲ ਬੈਠਾ ਜੇ, ਆਖੋ ਵਾਹਿਗੁਰੂ ਵਾਹਿਗੁਰੂ। ਕੋਈ ਵਿਚਾਰਾ ਕਚਹਿਰੀ ਨੂੰ ਚੱਲਿਆ, ਉੱਥੇ ਕਲੇ ਹੁੰਦੇ ਹੀ ਆ। ਕੋਈ ਥਾਣੇ 'ਚ ਬੈਠਾ, ਕੋਈ ਮਰਗ ਤੇ ਚੱਲਿਆ, ਕੋਈ ਭੋਗ ਤੇ ਮਹਾਰਾਜ ਦਾ ਪਿਆਰ ਹੀ ਆ, ਉਹਨਾਂ ਤੈਨੂੰ ਇਸ ਵੇਲੇ ਆਪਣੇ ਕੋਲ ਬਿਠਾਇਆ ਹੈ। ਮਹਾਰਾਜ ਕਹਿੰਦੇ ਗੁਰੂ ਦਾ ਪਿਆਰ ਹੀ ਆ, ਜਿਹੜਾ ਤੂੰ ਮਹਾਰਾਜ ਦੀ ਹਜ਼ੂਰੀ 'ਚ ਰਹਿਣਾ ਨਾ ਸਦਾ, ਇਦੋਂ ਵੱਡਾ ਪਿਆਰ ਕੋਈ ਨਹੀਂ ਹੈ। ਪਖੰਡ ਭਗਤ ਨਾ ਹੋਈ, ਦੁਬਿਧਾ ਬੋਲ ਖਵਾਰ। ਕਹਿੰਦੇ ਪਖੰਡ ਦੇ ਨਾਲ ਨਹੀਂ ਭਗਤੀ ਹੁੰਦੀ, ਕਈ ਪਖੰਡ ਬਹੁਤ ਕਰਦੇ ਆ। ਮਹਾਰਾਜ ਕਹਿੰਦੇ ਦੁਬਿਧਾ ਬੋਲ ਖਵਾਰ। ਦੁਬਿਧਾ ਦੋ ਕਿਸਮਾਂ ਦੀ ਦੁਬਿਧਾ ਬੋਲ ਹੈ, ਜਿਹਦੇ ਵਿੱਚ ਆਸ ਨਹੀਂ ਹੈ ਪਰਮੇਸ਼ਰ ਤੇ। ਇੱਦਾਂ ਦਾ ਚੱਕਰ ਆ ਵੀ ਪਾਠ ਕਰਾਂ ਨਾ ਕਰਾਂ, ਗੁਰੂ ਘਰ ਜਾਵਾਂ ਨਾ ਜਾਵਾਂ, ਗੁਰੂ ਵਾਲਾ ਬਣਾ ਨਾ ਬਣਾ। ਇਸੇ ਦੁਬਿਧਾ ਦੇ ਵਿੱਚ ਸੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਜਦੋਂ ਦੇਵੀ ਦੇ ਚੱਲੇ, ਦੇਵੀ ਦੇ ਜਾਵਾਂ ਨਾ ਜਾਵਾਂ, ਜਾਵਾਂ ਨਾ ਜਾਵਾਂ। ਦੁਬਿਧਾ ਨੇ ਫਿਰ ਇੱਕ ਫੈਸਲਾ ਲਿਆ, ਕਹਿੰਦੇ ਨਹੀਂ ਐਤਕੀ, ਕਹਿੰਦੇ ਇੱਧਰ ਨਹੀਂ ਜਾਣਾ, ਕਰਤਾਰਪੁਰ ਹੀ ਜਾਣਾ। ਕੋ ਸਤਿਨਾਮ ਵਾਹਿਗੁਰੂ। ਉਹ ਨਾਲ ਦੇ ਸਾਥੀ ਸਾਰੇ 25 30 40 50 ਨੂੰ ਕਹਿੰਦੇ ਤੁਸੀਂ ਜਾਓ, ਐਤਕੀ ਮੈਂ ਵੱਖਰੀ ਥਾਂ ਜਾਣਾ, ਆਪਣੀ ਡੰਡੀ ਵੱਖਰੀ ਚੁਣ ਲਈ। ਜਿੰਨਾ ਚਿਰ ਆਪਾਂ ਦੁਬਿਧਾ ਚੋਂ ਨਹੀਂ ਨਿਕਲਦੇ, ਆਪਾਂ ਨੂੰ ਕੁਝ ਨਹੀਂ ਮਿਲਣਾ। ਆਮ ਹੀ ਜੇ ਦੁਬਿਧਾ ਵਾ, ਆਪਾਂ ਨੂੰ ਵੀ ਪਤਾ ਨਹੀਂ ਗੁਰੂ ਦੀ ਸੇਵਾ 'ਚੋਂ ਕੁਝ ਮਿਲੂਗਾ ਕਿ ਨਹੀਂ। ਮੈਂ ਅੰਮ੍ਰਿਤ ਵੇਲੇ ਵੀ ਉੱਠਾਂ, ਇਹ ਨਾ ਹੋਵੇ ਮੈਂ ਉੱਠਦਾ ਹੀ ਰਹਿ ਜਾਂ, ਤੇ ਮੇਰੀ ਨੀਂਦ ਵੀ ਖਰਾਬ ਹੋਵੇ ਤੇ ਮੈਨੂੰ ਮਹਾਰਾਜ ਨਾ ਮਿਲਦਾ। ਇੱਦਾਂ ਦੁਬਿਧਾ ਜੀ 'ਚ ਬੰਦਾ ਕਹਿੰਦਾ ਪਤਾ ਨਹੀਂ, ਜੇ ਮੈਂ ਅੰਮ੍ਰਿਤ ਛਕ ਲਿਆ, ਮੈਂ ਸ਼ਰਾਬ ਵੀ ਛੱਡਣੀ ਆ, ਮੀਟ ਵੀ ਛੱਡਣਾ, ਸਾਰਾ ਕੁਝ। ਇਹ ਨਾ ਹੋਵੇ ਮੈਨੂੰ ਗੁਰੂ ਨਾ ਮਿਲੇ ਤੇ ਮੈਂ ਆਪਦੇ ਰਸ ਵੀ ਖਰਾਬ ਕਰ ਲਾਂ। ਆਹ ਦੁਬਿਧਾ ਨਹੀਂ ਕਿਸੇ ਬੰਨੇ ਲੱਗਣ ਦੇਣ ਦੀ। ਬਸ ਹਰ ਬੰਦਾ ਦੁਬਿਧਾ, ਜੇ ਕੋਣਾ ਪ੍ਰਚਾਰਕ ਇੱਦਾਂ ਦੇ ਇਦੋਂ ਵੱਡੀ ਦੁਬਿਧਾ ਪਾਈ ਜਾਂਦੇ ਪਿਓ ਦੇ ਪੁੱਤ, ਨਵੀਂ ਤੋਂ ਨਵੀਂ ਕਥਾ ਕਰ ਦਿੰਦੇ, ਰੋਜ਼ ਹੀ ਆਖੋ ਸਤਿਨਾਮ ਵਾਹਿਗੁਰੂ। ਉਹ ਜਿਹੜਾ ਵਿਚਾਰਾ 25 30 ਸਾਲ ਤੋਂ ਜੁੜਿਆ, ਭਾਵਨਾ ਨਾਲ ਰਸ ਲੈ ਰਿਹਾ, ਉਹਦਾ ਵੀ ਭੱਠਾ ਬਿਠਾਉਣ ਤੇ ਤੁਰੇ, ਉਹਦੇ ਅੰਦਰ ਵੀ ਸ਼ੰਕਾ ਪੈਦਾ ਹੋ ਜਾਂਦੀ ਵੀ ਵਾਕਈ, ਕਿਉਂਕਿ ਕਲਯੁਗ ਦਾ ਜ਼ੋਰ ਆ। ਤੇ ਜਿਹੜਾ ਬੰਦਾ ਕਲਯੁਗੀ, ਉਹਦਾ ਅਸਰ ਬੜੀ ਛੇਤੀ ਹੁੰਦਾ ਜੀ। ਤੁਸੀਂ ਆ ਕਥਾ 60 ਮਿੰਟ ਸੁਣੀ ਹੈ ਨਾ, ਤੇ ਤੁਹਾਨੂੰ ਬਾਹਰ ਨਿਕਲਦਿਆਂ ਕੋਈ ਨਾਸਤਿਕ ਮਿਲੇ, ਉਹ 5 ਮਿੰਟ ਤੁਹਾਨੂੰ ਇੱਦਾਂ ਦੀ ਗੱਲ ਕਹਿ ਜੂਗਾ, ਉਹ ਗੱਲ ਤੁਹਾਨੂੰ ਸਾਰਾ ਦਿਨ ਮੋਹ ਕੇ ਲੈ ਜਾਊਗੀ, ਤੇ 50 ਮਿੰਟ ਉੱਥੇ ਜ਼ੀਰੋ ਕਰ ਦੇਣੇ ਉਹਨੇ। ਇੰਨਾ ਪ੍ਰਭਾਵ ਪੈ ਰਿਹਾ ਇਸ ਵੇਲੇ ਕਲਯੁਗ। ਰਥ ਅਗਨ ਕਾ ਕੂੜ ਅੱਗੇ ਰਥਵਾਹੁ, ਕੂੜ ਦਾ ਐਡਾ ਤਕੜਾ ਜ਼ੋਰ ਹੈ। ਸੋ ਜਾਨਰ ਲਾਇਆ ਨਾਰਲੇ, ਜਿਸ ਅੰਤਰ ਵਿਵੇਕ ਵਿਚਾਰ। ਬਾਪੂ ਕਹਿੰਦਾ ਜਿਨ੍ਹਾਂ ਦੇ ਅੰਦਰ ਸੋਹਣੀ ਵਿਚਾਰ ਆ, ਵਿਵੇਕ ਪਰਖ ਕਰਨ ਦੀ ਸੋਚ ਆ ਨਾ, ਉਹ ਨਹੀਂ ਰਲਦੇ ਇਹਨਾਂ ਦੇ ਵਿੱਚ ਭੇਡਾਂ ਦੇ। ਉਹ ਤੇ ਵੱਖਰੀ ਚਾਲ ਸ਼ੇਰਾਂ ਵਾਲੀ ਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਵੱਖਰੀ ਉਹਨਾਂ ਦੀ ਲੀ, ਉਹ ਨਹੀਂ ਪਰਵਾਹ ਕਰਦੇ। ਤੇ ਭੇਡਾਂ ਦੇ ਵੱਗ ਹੁੰਦੇ, ਸ਼ੇਰ ਤੇ ਇੱਕ ਦੋ ਹੀ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਇਹਨਾਂ ਭੇਡਾਂ ਤੋਂ ਬਾਅਦ 'ਚ, ਅੱਜ ਕੱਲ੍ਹ ਭੇਡਾਂ ਬਹੁਤ ਨੇ, ਬਹੁਤ ਮੈਂ ਕਰਨ ਦੀਆਂ ਏ,
ਪਰ ਸ਼ੇਰ ਇੱਕ ਅੱਧਾ ਹੀ ਹੁੰਦਾ, ਪਰ ਜਦੋਂ ਗਰਜਦਾ ਸਭ ਭੇਡਾਂ ਭੱਜ ਜਾਂਦੀਆਂ ਹਨ। ਸੋ ਸੇਵਕ ਹਰ ਆਖੀਏ, ਜੋ ਹਰ ਰਾਖੈ ਉਰ ਧਾਰ। ਕਹਿੰਦੇ ਉਹਨੂੰ ਹੀ ਰੱਬ ਦਾ ਪਿਆਰਾ ਆਖਿਆ ਜਾਂਦਾ ਜਿਹਦੇ ਅੰਦਰ ਟਿਕ ਗਿਆ ਪਰਮੇਸ਼ਰ ਦਾ ਨਾਮ। ਆਪਾਂ ਨੂੰ ਕਹਿ ਤੇ ਦਿੰਦੇ ਕੀ ਹਾਲ ਪਿਆਰਿਓ, ਬੜਾ ਗੁਰੂ ਦਾ ਪਿਆਰਾ। ਗੁਰੂ ਦਾ ਪਿਆਰਾ ਉਹ ਜਿਹਦੇ ਅੰਦਰ ਗੁਰੂ ਦਾ ਪਿਆਰ ਵਸ ਗਿਆ। ਦੂਜਾ ਕੋਈ ਨਹੀਂ ਪਿਆਰਾ। ਕੋਈ ਬੀਬੀ ਦਾ ਪਿਆਰਾ ਵਾ, ਕੋਈ ਬੱਚਿਆਂ ਦਾ ਪਿਆਰਾ ਵਾ। ਜਿੱਦਾਂ ਅਨੰਦਪੁਰ ਸਾਹਿਬ ਬੜੀ ਸੰਗਤ ਆਈ ਹੋਲੇ ਮਹੱਲੇ, ਤੇ ਉੱਥੇ ਕਿਸੇ ਨੇ ਬਾਜਾਂ ਵਾਲੇ ਨੂੰ ਕਹਿਦਾ, ਕਹਿੰਦੇ ਬਾਪੂ ਬੜੇ ਸਿੰਘ ਆਏ ਤੇਰੇ। ਮਾਰੇ ਕਹਿੰਦੇ ਮੇਰੇ ਨਹੀਂ, ਇਹ ਬੀਬੀਆਂ ਦੇ ਸਿੰਘ। ਆਖੋ ਸਤਿਨਾਮ ਵਾਹਿਗੁਰੂ। ਕਹਿੰਦੇ ਬੀਬੀਆਂ ਦੇ ਸਿੰਘ ਆ? ਹਾਂ ਮਾਰੇ ਕਹਿੰਦੇ ਬੀਬੀਆਂ ਦੇ, ਮੇਰੇ ਤੇ ਵਿਰਲੇ ਹੀ ਆ। ਕਹਿੰਦੇ ਮਹਾਰਾਜ ਜੀ ਇੱਦਾਂ ਥੋੜ੍ਹਾ ਹੋ ਸਕਦਾ, ਇੰਨੀ ਸੰਗਤ ਆਈ ਕਿਤੇ ਪੈਰ ਰੱਖਣ ਨੂੰ ਥਾਂ ਨਹੀਂ। ਮਾਰੇ ਕਹਿੰਦੇ ਪਰਖ ਲਈਏ। ਮਹਾਰਾਜ ਨੇ ਉੱਥੇ ਨਾ ਨਾਕਾਬੰਦੀ ਕਰਾ ਦਿੱਤੀ। ਕਹਿੰਦੇ ਜਿੰਨੇ ਮੇਲੇ ਆਏ ਵਾਪਸ ਨਹੀਂ ਜਾਣ ਦੇਣੇ, 4-5 ਮਹੀਨੇ ਰੱਖਣੇ ਕੋਲੇ। ਆਖੋ ਸਤਿਨਾਮ ਵਾਹਿਗੁਰੂ। ਉੱਥੇ ਇਤਿਹਾਸ ਦੇ ਬਚਨ ਲਿਖਿਆ ਵੀ ਮੇਰੇ ਤੇਰੇ ਕਿਤੇ ਪਾਦੀਆਂ ਬਣ ਗਈਆਂ। ਕੋਈ ਆਖੇ ਮੇਰੇ ਡੰਗਰ ਭੁੱਖੇ ਆ, ਕੋਈ ਆਖੇ ਮੇਰੇ ਜਵਾਕ ਰੋਂਦੇ, ਕੋਈ ਆਖੇ ਮੇਰੀ ਘਰ ਦੀ ਨੇ ਕੁੱਟ ਘਤਨਾ ਬਹੁ ਕਰਾਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਨਹੀਂ ਵੀ ਇਹਨਾਂ ਕਿਹਾ ਗੁਰੂ ਦੇ ਸਿੰਘ ਆਏ, ਤੇ ਗੁਰੂ ਦੇ ਰਹੋ, ਹੁਣ ਕਿਸੇ ਦੇ ਨਹੀਂ ਬਣਦਾ। ਮਹਾਰਾਜ ਨੇ ਨਾਕਾਬੰਦੀ ਕਰਾਤੀ, ਕਲਫੂ ਲਾਤਾ। ਕਹਿੰਦੇ ਫਿਰ ਇਹਨਾਂ ਨੇ ਇੱਕ ਦਿਨ ਸਲਾਹ ਬਣਾਈ। ਇੱਕ ਬਜ਼ੁਰਗ ਸੀ ਵਿੱਚ, ਕਹਿੰਦਾ ਵੀ ਸਕੀਮ ਵਰਤ ਗਈ ਕੋਈ ਇੱਥੋਂ ਨਿਕਲਦੀ। ਕਹਿੰਦੇ ਕਿੱਦਾਂ? ਉਹ ਕਹਿੰਦਾ ਵੀ ਮੈਂ ਸਾਹ ਘੁੱਟ ਲੈਣਾ, ਤੁਸੀਂ ਕਹੋ ਮਰ ਗਿਆ ਵਾ, ਤੇ ਮੈਨੂੰ ਸੰਸਕਾਰ ਦੇ ਬਹਾਨੇ ਗੇਟ ਖੁਲਾ ਕੇ ਤੇ ਸਾਰੇ ਨਿਕਲ ਜਿਓ। ਤੇ ਉਹਨੇ ਸਾਹ ਘੁੱਟ ਲਿਆ। ਤੇ ਇਹ ਮਰ ਦੀ ਕਥਾ ਜੀ ਗੁਰਪ੍ਰਤਾਪ ਜੀ। ਤੇ ਉਹ ਮਰ ਗਿਆ, ਤੇ ਉਹ ਸਾਰੇ ਜਾਣੇ ਪਾਠ ਕਰੀ ਜਾਣ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੇਵਕ ਕੀ ਓਲਕ ਨਿਵਹੀ ਪ੍ਰੀਤ। ਮੰਜਾ ਚੁੱਕ ਕੇ ਤੁਰੇ ਜਾਣ। ਜਿਹੜਾ ਵੱਡਾ ਗੇਟ ਸੀ ਮਹਾਰਾਜ ਦਾ ਅਨੰਦਪੁਰ, ਤੇ ਮਹਾਰਾਜ ਨੂੰ ਪਤਾ ਲੱਗਾ। ਕਹਿੰਦੇ ਉਹ ਕੀ ਆ? ਕਹਿੰਦੇ ਜੀ ਕੋਈ ਸਿੰਘ ਚੜ੍ਹਾਈ ਕਰ ਗਿਆ ਵਾ, ਤੇ ਉਹ ਲੈ ਕੇ ਚੱਲੇ। ਤੇ ਮਹਾਰਾਜ ਕਹਿੰਦੇ ਵੀ ਸਾਡਾ ਸਿੰਘ ਹੋਵੇ ਤੇ ਚੜ੍ਹਾਈ ਕਰ ਜੇ, ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ। ਕਹਿੰਦੇ ਲਿਆਓ ਇੱਧਰ ਮੰਜਾ, ਅਸੀਂ ਵੀ ਜਾਂਦੀ ਵਾਰੀ ਇਹਨੂੰ ਸੀਸ ਦੇਣੀ ਆ। ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਮੰਜਾ ਰਖਾਇਆ ਲਾਗੇ, ਤੇ ਕਹਿੰਦੇ ਜੀ ਹਾਏ ਗੁਰਮੁਖ ਨਿਵਗੀ ਪ੍ਰੀਤ। ਮਹਾਰਾਜ ਨਾ ਉੱਤੇ ਭਾਈ ਆਲਮ ਸਿੰਘ ਵਰਗੇ ਸਿੱਖ ਨੂੰ ਕਹਿੰਦੇ ਜਾ ਲੋਹ ਦੇ ਉੱਤੋਂ ਨਾ ਕੋਲੇ ਲਿਆ ਭਰ ਕੇ ਇੱਕ ਢਾਲ। ਉਹ ਕਹਿੰਦੇ ਮਹਾਰਾਜ ਉਹ ਕੀ ਕਰਨੇ ਆ? ਪਾਤਸ਼ਾਹ ਕਹਿੰਦੇ ਰਸਮ ਆ ਸਾਡੀ ਵੀ ਕੋਲੇ ਇੱਥੋਂ ਪਾ ਲੈਂਦੇ ਆ, ਉੱਥੇ ਅੱਗ ਬਾਲਣੀ ਔਖੀ ਨਾ ਹੋਊਗੀ, ਛੇਤੀ ਸੰਸਕਾਰ ਹੋ ਜੂਗਾ। ਤੇ ਜਦੋਂ ਮਹਾਰਾਜ ਨੇ ਤੱਤੇ ਕੋਲੇ ਉਹਦੇ ਥੱਲੇ ਮੰਜੇ ਤੇ ਰੱਖੇ, ਤੇ ਉਹਦੇ ਜਦੋਂ ਤੱਤੇ ਲੱਗੇ ਤੇ ਫੁੜਕ ਕੇ ਉੱਠ ਪਿਆ। ਤੇ ਸਾਰੇ ਜਾਣੇ ਹੈਰਾਨ ਹੋ ਗਏ। ਤੇ ਮੁੜ ਕੇ ਪਤਾ ਕੀ ਕਹਿੰਦੇ? ਕਹਿੰਦੇ ਮਹਾਰਾਜ ਕਿਰਪਾ ਹੋ ਗਈ, ਕਿਰਪਾ ਹੋਵੇ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਨਾਲ ਮਰਿਆ ਜਿਉਂਦਾ ਹੋ ਗਿਆ। ਫੇਰ ਫਸ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਹੋ ਗੁਰੂ ਦੇ ਦਰਸ਼ਨਾਂ ਨਾਲ ਜ਼ਿੰਦਗੀ ਮਿਲਣੀ ਚਾਹੀਦੀ ਆ। ਉਹ ਉੱਠ ਕੇ ਨਾਲੇ ਸਾੜ ਪਵੇ ਤੇ ਮਲਦਾ ਫਿਰੇ, ਤੇ ਨਾਲੇ ਕਵੇ ਮਹਾਰਾਜ ਦੀ ਜੈ ਹੋਵੇ। ਮਹਾਰਾਜ ਮੈਨੂੰ ਬਚਾ ਲਿਆ, ਮੈਂ ਤੇ ਮਰ ਗਿਆ ਸੀ। ਤੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬਹੁਤਾ ਮਾਰੇ, ਕਹਿੰਦੇ ਛੱਡੋ ਖਹਿੜਾ, ਪਖੰਡ ਨਾ ਕਰੋ, ਤੁਸੀਂ ਬੀਬੀਆਂ ਦੇ ਸਿੱਖ ਜੇ, ਤੁਸੀਂ ਅਜੇ ਗੁਰੂ ਵਾਲੇ ਨਹੀਂ, ਤੁਸੀਂ ਉੱਤੋਂ ਹੀ ਆ, ਮੇਲਾ ਵੇਖਣੀ ਆਏ ਆ। ਜਿਹੜੇ ਗੁਰੂ ਵਾਲੇ ਫਿਰ ਉਹ ਰਹਿ ਗਏ, ਤੇ ਬਾਕੀ ਬਹਿ ਨਿਕਲ ਗਏ। ਕਹਿੰਦੇ ਅੱਜ ਤੋਂ ਬਾਅਦ ਨਹੀਂ ਮੇਲੇ ਆਉਂਦੇ। ਆਖੋ ਸਤਿਨਾਮ ਵਾਹਿਗੁਰੂ। ਇਸ ਕਰਕੇ ਸਾਧ ਸੰਗਤ ਦੇ ਸਿਰ ਦੇਣਾ ਪੈਂਦਾ ਗੁਰੂ ਨੂੰ। ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾਰ। ਇਹ ਮੰਜ਼ਿਲ ਫਕੀਰੀ ਦੀ ਬੜੀ ਔਖੀ ਹੈ। ਇਸ ਕਰਕੇ ਗੁਰੂ ਦਾ ਪਿਆਰਾ ਉਹਨੂੰ ਕਿਹਾ ਜਾਂਦਾ ਜਿਹਦੇ ਅੰਦਰ ਕੇਵਲ ਗੁਰੂ ਦਾ ਪਿਆਰ ਹੀ ਹੋਵੇ। ਸਾਡੇ ਅੰਦਰ ਤੇ ਗੋੜੇ ਮਹਿਲ ਗੰਦਗੀ। ਸਾਨੂੰ ਤੁਸੀਂ ਕਹਿ ਦਿੰਦੇ ਗੁਰੂ ਦਾ ਪਿਆਰਾ, ਭਾਈ ਸੁਖਦੇਵ ਸਿੰਘ ਗੁਰੂ ਦਾ ਪਿਆਰਾ ਹੈ। ਕੋਈ ਪਿਆਰੇ ਪੂਰੇ ਨਹੀਂ, ਪਾਪੀ ਆ ਜੀ ਸਿਰੇ ਦੇ, ਅੰਦਰ ਭਰਿਆ ਪਿਆ ਗੰਦਗੀ ਨਾਲ। ਜਿੱਦਣ ਗੰਦਗੀ ਸਾਫ਼ ਹੋ ਗਈ, ਇੱਥੇ ਪਿਆਰ ਵਸ ਗਿਆ। ਇਹ ਖਿਤਾਬ ਮਹਾਰਾਜ ਨੇ ਉਦੋਂ ਦੇਣਾ, ਸੋ ਸੇਵਕ ਹਰ ਆਖੀਐ, ਸੋ ਹਰ ਰਾਖੇ ਔਰ ਧਾਰ। ਗੁਰੂ ਦੇ ਪਿਆਰੇ ਦਾ, ਉਹ 5 ਪਿਆਰੇ ਸੀ ਨਾ, ਪਿਆਰ ਸੀ। ਕਹਿੰਦੇ ਲੈ ਬਾਪੂ ਵੱਢ ਸਿਰ। ਆਪਾਂ ਕਹਿ ਦਿੰਦੇ ਗੁਰੂ ਦਾ ਪਿਆਰਾ ਵਾਏ। ਪਿਆਰਾ ਬਣਨਾ ਬੜਾ ਹਿਰਦੇ 'ਚ ਪਿਆਰ ਬਣਾਉਣਾ ਪੈਣਾ, ਫਿਰ ਪਿਆਰੇ ਬਣਿਆ ਜਾਣਾ। ਅਜੇ ਤੇ ਆਪਾਂ ਬੰਦੇ ਹੀ ਨਹੀਂ ਬਣੇ। ਬੰਦੇ ਦਾ ਅਰਥ ਜਿਹੜਾ ਨਾ ਵਿਦਵਾਨਾਂ ਨੇ, ਕਾਹਨ ਸਿੰਘ ਨਾਭਾ ਨੇ ਕੀਤਾ ਮਾਨਕੋਸ਼ 'ਚ, ਗੁਲਾਮ। ਬੰਦੇ ਦਾ ਅਰਥ ਨੌਕਰ, ਯਾਨੀ ਆਪਾਂ ਰੱਬ ਦੇ ਨੌਕਰਾਂ। ਪੂਰੀ ਇਮਾਨਦਾਰੀ ਨਾਲ ਨੌਕਰੀ ਨਹੀਂ ਕਰਨ ਦਾ।
24 ਘੰਟਿਆਂ 'ਚੋਂ ਬਾਪੂ ਨੇ 2.5 ਘੰਟੇ ਦੇ ਸੰਬੰਧ ਕਿਹਾ ਸਰੀਰ ਦਾ, ਉਹ ਤੇ ਆਪਾਂ 5 ਮਿੰਟ ਬਈਦਾ। ਸੋ ਇਸ ਕਰਕੇ ਪਿਆਰਾ ਬਣਨਾ ਬੜਾ ਔਖਾ ਹੈ। ਮਨ ਤਨ ਸੌਂਪੇ ਅੱਗੇ ਧਰੇ, ਹਉਮੈ ਵਿੱਚ ਹੋ ਮਾਰ। ਕਹਿੰਦੇ ਆਪਣਾ ਮਨ ਤੇ ਤਨ ਦੋਵੇਂ ਚੀਜ਼ਾਂ ਗੁਰੂ ਦੇ ਅੱਗੇ ਰੱਖ ਦੇ। ਮੈਂ ਨਾ ਕਰਿਆ ਕਰ, ਆਨੰਦ ਲਵੇਂਗਾ, ਛੱਡ ਦੇ ਦੁਨੀਆਦਾਰੀ ਦਾ ਮੋਹ। ਮੇਰਾ ਘਰ, ਮੇਰੀ ਕੋਠੀ, ਮੇਰੇ ਬੱਚੇ, ਮੇਰਾ ਪਰਿਵਾਰ। ਮਾਰੇ ਕਹਿੰਦੇ ਮੰਮਾ ਸ਼ਬਦ ਜਿਹੜਾ ਤੇ ਕਾਂਟਾ ਮਾਰ ਕੇ ਤੱਤਾ ਸ਼ਬਦ ਲਾ ਦੇ, ਤੇਰਾ ਤੇਰਾ ਸੁੱਖ ਲਵੇਂਗਾ ਜਾਂ ਆਨੰਦ ਲਵੇਂਗਾ। ਅੱਜ ਤੋਂ ਬਾਅਦ ਇਹ ਗੱਲ ਕਰਨੀ ਛੱਡ ਦੇ ਵੀ ਮੇਰੀ ਘਰ ਵਾਲੀ, ਮੇਰਾ ਘਰ, ਮੇਰੇ ਬੱਚੇ, ਮੇਰਾ ਪੁੱਤ, ਮੇਰੀ ਪੈਲੀ। ਨਾ, ਤੇਰਾ ਕੱਖ ਨਹੀਂ। ਜੇ ਸੁੱਖ ਲੈਣਾ ਨਹੀਂ ਲੈਣਾ ਤੇਰੀ ਮਰਜ਼ੀ ਹੈ। ਫਿਰ ਤੁਰਿਆ ਫਿਰ ਰਾਤ ਨੂੰ ਵੀ ਟੈਨਸ਼ਨ 'ਚ, ਦਿਨੇ ਵੀ ਹੌਕੇ ਜੇ ਲੈਂਦਾ। ਛੱਡ ਦੇ ਇਸ ਚੀਜ਼ ਨੂੰ, ਵਿੱਚੋਂ ਹਉਮੈ ਮਾਰ ਦੇ। ਧੰਨ ਗੁਰਮੁਖ ਸੋ ਪਰਵਾਨ ਹੈ, ਜੇ ਕਦੇ ਨ ਆਵੇ ਹਾਰ। ਕਹਿੰਦੇ ਐਸੇ ਗੁਰਮੁਖ ਪ੍ਰਵਾਨ ਨੇ ਰੱਬ ਦੇ, ਉਹਨਾਂ ਨੂੰ ਕਦੇ ਵੀ ਜ਼ਿੰਦਗੀ 'ਚ ਹਾਰ ਨਹੀਂ ਮਿਲਦੀ। ਭਾਵ ਸਦਾ ਹੀ ਜਿੱਤਦੇ ਹਨ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਸਰਮਾਇਆ ਪੂੰਜੀ ਨਾਮ ਹੈ। ਕਰਮ ਮਿਲੇ ਤਾਂ ਪਾਈਏ, ਬਿਨ ਕਰਮੈ ਪਾਇਆ ਨ ਜਾਏ। ਬਹੁਤ ਵੱਡੇ ਕਰਮ ਕੀਤੇ ਆ। ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕਹਿੰਦੇ ਹੁੰਦੇ ਸੀ, ਬੋੜ ਜਿੰਨੇ ਪੱਤਿਆਂ ਦੇ ਕਰਮ ਉਨੇ ਚੰਗੇ ਕਰਮ ਹੋਣ। ਪੰਜਾਬ ਦੇ ਵਿੱਚ ਜਨਮ ਹੁੰਦਾ, ਬੋੜ ਦੀਆਂ ਗੋਲਾਂ ਦੇ ਵਿੱਚ ਜਿੰਨੀਆਂ ਗੋਲਾਂ ਉਨੇ ਚੰਗੇ ਕਰਮ ਹੋਣ। ਤੇ ਇੱਕ ਸਿੱਖ ਦੇ ਘਰ ਜਨਮ ਹੁੰਦਾ, ਗੋਲਾਂ ਦੇ ਵਿੱਚ ਜਿੰਨੇ ਬੀ ਆ ਉਨੇ ਕਰਮ ਹੋਣ। ਤੇ ਕਿਤੇ ਕਥਾ ਕੀਰਤਨ ਹੁੰਦਾ ਹੋਵੇ ਤੇ ਉਹਦੇ ਵਿੱਚ ਬੈਠਾ ਜਾਂਦਾ ਜਿੱਥੇ ਤੁਸੀਂ ਬੈਠੇ ਆ। ਸਾਰੀ ਸਾਰੀ ਨਹੀਂ ਬਹਿ ਸਕਦਾ, ਕਾਹਲੀ ਪੈਂਦੀ, ਮਿੰਟਾਂ 'ਚ ਬਾਹਰ ਭੱਜ ਜਾਈਦਾ। ਸਾਰਾ ਦਿਨ ਲੋਕਾਂ ਕੋਲ ਬਹਿ ਸਕਦੇ, ਗੱਲਾਂ ਕਰ ਸਕਦੇ, ਗੁਰੂ ਗ੍ਰੰਥ ਸਾਹਿਬ ਕੋਲ ਬਹਿਣਾ ਬੜਾ ਔਖਾ ਜੇ। ਮਾਰੇ ਕਹਿੰਦੇ ਕਰਮ ਮਿਲੇ ਤਾਂ ਪਾਈਏ। ਇਹ ਕੋਈ ਤੇਰੇ ਤੇ ਤਰਸ ਹੋਇਆ ਪਹਿਲਾਂ, ਅਸੀਂ ਭਜਣਾ ਚਾਹੁੰਦੇ ਮਾਰੇ ਕੋਲ। ਮਾਰੇ ਕਹਿੰਦੇ ਚੱਲ ਹਾਂ ਇੱਧਰ। ਹੁਣ ਨੀਂਦ ਇੰਨੀ ਆਵੇ ਨਾ, ਮਨ ਕਵੇ ਵੀ ਅੱਜ ਕੋਈ ਹੋਰ ਕਰ ਦੇ, ਅੱਜ ਮੈਂ ਸੌਂ ਲਵਾਂ। ਪਰ ਮਾਰੇ ਨੇ ਕੰਨੋਂ ਫੜ ਕੇ ਆਖਿਆ ਚੱਲ, ਭਾਵੇਂ ਰੋ ਕੇ ਆ, ਭਾਵੇਂ ਹੱਸ ਕੇ ਆ, ਕਰਨੀ ਪੈਣੀ ਡਿਊਟੀ। ਇਹ ਤੇਰੀ ਖੁਸ਼ੀ ਆ ਵੀ ਹੱਸ ਕੇ ਆ ਜਾਏਗਾ ਤੇ ਜਿਹੜੇ ਬੈਠੇ ਉਹਨਾਂ ਨੂੰ ਵੀ ਹਸਾ ਦੇਗਾ। ਜੇ ਆਪ ਦੁਖੀ ਹੋਇਆ ਤੇ ਗੁੱਸਾ ਡਿੱਗੀ ਖੋਤੇ ਤੋਂ, ਗੁੱਸਾ ਘੁਮਿਆਰ ਵਾਲੀ ਗੱਲ ਹੈ। ਕਈ ਵਾਰੀ ਬੰਦੇ ਨੂੰ ਪਰੇਸ਼ਾਨੀ ਆਪਣੀ ਹੁੰਦੀ, ਗੁੱਸਾ ਦੂਜੇ ਤੇ ਨਿਕਲ ਜਾਂਦਾ। ਤੇ ਇਸ ਕਰਕੇ ਮਾਰੇ ਕਹਿੰਦੇ ਵੀ ਕਿੱਡੇ ਭਾਗ ਆ ਹੈ, ਤੂੰ ਨਾ ਚਾਹਵੇਂ ਤੈਨੂੰ ਤਾਂ ਵੀ ਇਹ ਸੇਵਾ ਕਰਾਉਣੀ ਹੈ। ਮਹਾਰਾਜ ਦਾ ਤਰਸਾ ਕਹਿੰਦੇ ਬਿਨ ਕਰਮਾਂ ਪਾਇਆ ਨਾ ਜਾਏ। ਨਹੀਂ ਤੇ ਹਰ ਬੰਦਾ ਆਪਣੀ ਡਿਊਟੀ ਕਰਕੇ ਫਾਰਗ ਹੈ। ਅਗਲਾ ਕਹਿੰਦਾ ਆਪਾਂ ਆਪਦਾ ਨਿਤਨੇਮ ਕੀਤਾ, ਮੇਰੀ ਡਿਊਟੀ ਨਹੀਂ ਬਣਦੀ ਜਿਹੜੀ ਸਹੀ ਤੌਰ ਤੇ। ਪਰ ਬਾਪੂ ਅੱਜ ਕੀ ਕਹਿੰਦਾ ਪੁੱਤਰੋ ਤੁਹਾਡੇ ਕਰਮ ਕੀਤੇ ਬਹੁਤ ਕਿਤੇ ਚੰਗੇ, ਜਿਹੜਾ ਮਾਰੇ ਤੁਹਾਨੂੰ ਵਾਰ-ਵਾਰ ਆਪਣੇ ਕੋਲ ਬੁਲਾ ਰਿਹਾ ਹੈ। ਲੱਖ 84 ਤਰਸ ਦੇ, ਜਿਸ ਮੇਲੇ ਸੋ ਮਿਲੇ ਹਰ ਆਏ। ਬਾਪੂ ਗੁਰੂ ਅਮਰਦਾਸ ਕਹਿੰਦੇ 84 ਲੱਖ ਤਰਸਨ ਦੇ ਆ। ਵਾਹਿਗੁਰੂ ਕਿੱਦਾਂ ਡੱਡੂ ਪ੍ਰਿਓ ਮੋਰ ਪਪੀਹੇ, ਇਹ ਜੂਨਾਂ ਜਿਹੜੀਆਂ ਕਿੱਦਾਂ ਪ੍ਰਿਓ ਕਰਦੀਆਂ। ਮਹਾਰਾਜ ਇੱਕ ਵਾਰੀ ਮਿਲਾ ਲਾ। ਇੱਥੇ ਸ਼ਾਰਕਾਂ ਆ ਜਾਂਦੀਆਂ, ਗਲੈਰੀਆਂ ਆ ਜਾਂਦੀਆਂ, ਕੁੱਤੇ ਆਪਾਂ ਡੰਡਾ ਫਿਰ ਕੇ ਭਜਾਈ ਦੇ ਗੁਰਦਾਰੇ। ਕਿਉਂ ਭਜਾਈ ਦੇ ਆ? ਉਹ ਕਿਉਂ ਵਾਰ-ਵਾਰ ਅੰਦਰ ਆਉਂਦੇ ਆ? ਪਿਛਲਾ ਜਨਮ ਉਹਨਾਂ ਦਾ ਆਵਾਜ਼ ਦਿੰਦਾ, ਉਹ ਆਉਣਾ ਚਾਹੁੰਦੇ ਆ ਪਰ ਹੁਣ ਸਮਾਂ ਨਹੀਂ, ਹੁਣ ਆ ਨਹੀਂ ਸਕਦੇ, ਪਰ ਉਹ ਤਰਸਦੇ ਆ। ਮਹਾਰਾਜ ਕਹਿੰਦੇ ਲੱਖ 84 ਤਰਸਦੇ। ਉਹ ਤਰਲੇ ਲੈਂਦੇ ਵੀ ਮਹਾਰਾਜ ਆਪਣੇ ਕੋਲ ਬਿਠਾ ਲਾ। ਤੇ ਮਹਾਰਾਜ ਕਹਿੰਦੇ ਜਦੋਂ ਬਹਿਣਾ ਸੀ ਉਦੋਂ ਤੇ ਬੈਠਾ ਰਹੀ। ਹੁਣ ਆਪਾਂ ਨੂੰ ਮਹਾਰਾਜ ਕਹਿੰਦੇ ਨਾ ਆਵੋ ਸਿੱਖ ਸਤਿਗੁਰ ਕੀ ਪਿਆਰੇ, ਆਪਾਂ ਕਿੱਥੇ ਆਉਣੇ ਆ? ਜੇ ਆ ਵੀ ਜਾਈਏ ਤੇ ਭੱਜ ਜਾਈਦਾ, ਜੇ ਪੂਛ ਨੂੰ ਅੱਗ ਲੱਗੀ ਹੁੰਦੀ। ਮੁੱਖ ਵਾਕ ਵੀ ਨਹੀਂ ਮਹਾਰਾਜ ਦਾ ਪੂਰਾ ਸੁਣਦੇ, ਕਈ ਦੇ ਵਿੱਚ ਹੀ ਉੱਠ ਜਾਂਦੇ। ਜੇ ਅਜੇ ਇੱਕ ਮੱਥਾ ਟੇਕਣ ਦਿਆ ਫੋਨ ਆਇਆ, ਮੱਥਾ ਟੇਕਦੇ ਨੇ ਫੋਨ ਚੁੱਕ ਲਿਆ, ਕਹਿੰਦਾ ਹੈਲੋ, ਆ ਗਿਆ। ਕਹਿੰਦੇ ਮੈਂ ਮੱਥਾ ਟੇਕਣ ਦਿਆ, ਬਸ ਤੇਰੇ ਮੱਥੇ ਨੂੰ ਗੁਰੂ ਤਰਸਿਆ ਗਿਆ। ਉਹ ਉੱਥੇ ਮੁੜ ਗਿਆ, ਪ੍ਰਸ਼ਾਦ ਵੀ ਨਹੀਂ ਲਿਆ ਉਹਨੇ, ਫੋਨ ਸੁਣਿਆ, ਪਤਾ ਨਹੀਂ ਕਿਹੋ ਜਿਹਾ, ਕਿਤੇ ਪੈਸੇ ਪੂਸੇ ਵਾਲਾ ਹੀ ਹੋਣਾ ਜਿਹੜਾ ਵਿੱਚੇ ਛੱਡ ਗਿਆ, ਦੇਗ ਵੀ ਨਹੀਂ ਲੱਗਿਆ। ਤੇ ਮਹਾਰਾਜ ਕਹਿੰਦੇ ਐਸੀ ਹਾਲਤ ਤੇਰੇ ਸਿੱਖਾਂ ਦੀ ਆ। 84 ਲੱਖ ਤਰਸਨ ਦਾ ਮਹਾਰਾਜ ਦੇ ਸੇਵਾ ਸਿਮਰਨ ਨੂੰ। ਤੇ ਅੱਜ ਨੂੰ ਮਨੁੱਖਾ ਦੇਹੀ ਮਿਲੀ, ਇਹ ਭੱਜਦਾ ਬਾਹਰ ਨੂੰ, ਇਹ ਨਹੀਂ ਬਹਿੰਦਾ ਮਹਾਰਾਜ ਕੋਲੇ। ਨਾਨਕ ਗੁਰਮੁਖ ਹਰਿ ਪਾਇਆ, ਸਦਾ ਹਰ ਨਾਮ ਸਮਾਏ। ਗੁਰੂ ਪਿਆਰੀਆਂ ਰੂਹਾਂ ਨੇ ਪਾਇਆ ਵਾ, ਉਹ ਨਾਮ ਚ ਸਮਾਈਆਂ ਹਨ। ਇਸ ਕਰਕੇ ਸੰਤ ਸਾਧੂ ਰੱਬ ਦੇ ਪਿਆਰੇ ਭੇਜੇ ਹੋਏ ਹੈਗੇ ਤੇ ਥੋੜ੍ਹੀ ਆ, ਜ਼ਿਆਦਾ ਠਾਗੀ ਆਉਣਾ।
ਦੁਕਾਨਾਂ ਚਲਾਈਆਂ ਉਹਨਾਂ ਨੇ, ਪਰ ਜਿਹੜੇ ਹੈਗੇ ਆ ਨਾ ਵਿਰਲੇ ਵਿਰਲੇ ਹੈਨ ਵਿਰਲੇ ਨਾ ਹੀ ਕਣੇ, ਜਿਹੜੇ ਬਿਲਕੁਲ ਅੰਦਰੋਂ ਭਿੱਜੇ ਆ। ਸੰਤ ਦੇ ਅਰਥ ਕੀਤੇ ਕਾਹਨ ਸਿੰਘ ਨਾਭਾ ਨੇ, ਜਿਹੜਾ ਸੱਚ ਬੋਲੇ ਉੱਤੇ ਅੱਧਾ ਗੰਗਾ ਨੰਨਾ, ਨਿਮਰਤਾ ਅੱਤ ਦੀ ਹੋਵੇ ਤੱਤਾ ਤਿਆਗੀ, ਜਿਹੜਾ ਰੁਪਈਏ ਦਾ ਵੀ ਨਾ ਹੋਵੇ ਸਿੱਖਾਂ ਦਾ ਰੁਪਈਆ। ਇਹ ਸੰਤ ਜਰਨੈਲ ਸਿੰਘ ਦਾ ਜੀਵਨ ਪੜ੍ਹਿਆ, ਕਹਿੰਦੇ ਮਹਾਂਪੁਰਖਾਂ ਕੋਲ ਨਾ 7-8 ਲੱਖ ਰੁਪਈਆ ਸੀ ਸੰਗਤ ਦਾ ਜੇਬ ਦੇ ਵਿੱਚ, ਤੇ ਬਾਬਾ ਜੀ ਕਿਤੇ ਗਏ ਦੀਵਾਨ ਤੇ ਉਹਨਾਂ ਦੀ ਕੋਈ ਜੁੱਤੀ ਲੈ ਗਿਆ ਚੁੱਕ ਕੇ। ਬਾਬਾ ਜੀ ਨੰਗੇ ਪੈਰੀ ਮਹਿਤੇ ਨੂੰ ਗਏ ਤੇ ਕਿਸੇ ਨੇ ਆਖਿਆ ਬਾਬਾ ਜੀ ਜੋੜਾ ਨਵਾਂ ਲੈ ਲਈਏ, ਪੈਸੇ ਤੁਹਾਡੇ ਕੋਲ ਆ? ਕਿੱਦਾਂ ਦਾ ਸਾਧੂ ਸੀ? ਕਹਿੰਦੇ ਸੰਗਤ ਦਾ ਪੈਸਾ। ਤੇ ਜਰਨੈਲ ਸਿੰਘ ਇਹਨਾਂ ਦੀ ਜੁੱਤੀ ਲਵੇ ਤੇ ਆਪਣੇ ਪੈਰੀ ਪਾਵੇ, ਬਾਬੇ ਨਾਨਕ ਨੂੰ ਮੂੰਹ ਨਹੀਂ ਦਿਖਾਉਣਾ। ਆਖੋ ਸਤਿਨਾਮ ਵਾਹਿਗੁਰੂ। ਮੈਨੂੰ ਕਹਿੰਦੇ ਸੰਤ ਐਵੇਂ ਨਹੀਂ ਜੈ ਜੈਕਾਰਾਂ ਹੁੰਦੀਆਂ। ਇਹ ਅੱਜ ਕੱਲ੍ਹ ਇੱਦਾਂ ਦੇ ਹੈਗੇ ਆ ਵੀ ਜਿਨ੍ਹਾਂ ਦੇ ਮੇਰੇ ਅੱਗੇ ਦੇ ਕੋਲ ਕੁਛ ਨਹੀਂ, ਸਾਰਾ ਸੰਗਤ ਦਾ ਹੀ ਆ, ਤੇ ਖਾ ਖਾ ਕੇ ਬੁੱਧੀ ਭ੍ਰਿਸ਼ਟ ਹੋ ਗਈ ਹੈ। 50 ਲੱਖ ਦੀ ਘੜੀ ਸਮਝੀ ਜਾਓਗੇ ਤੁਸੀਂ ਹੈ, 20,000 ਨੂੰ ਮੀਟਰ ਸੂਟ, ਫੁਲਕਾਰੀਆਂ ਵਾਲੇ ਨਵੇਂ ਘੱਗਰੇ ਤੇ ਕਈ ਘੜੀਆਂ ਤੇ ਖੂੰਡੀਆਂ ਸੋਨੇ ਦੀਆਂ, ਇਹ ਸਾਰਾ ਸੰਗਤ ਦਾ ਪੈਸਾ ਏ। ਇਹਦੇ ਨਾਲ ਇਆਸ਼ੀ ਕਰਨ ਦਾ ਤੇ ਬੁੱਧੀ ਭ੍ਰਿਸ਼ਟ ਹੋ ਗਈ ਹੈ। 10 ਗੁਰੂਆਂ ਨੂੰ ਕਹੀ ਜਾਂਦੇ, ਕਹਿੰਦੇ ਬੰਦੇ ਹੀ ਹੋ, ਉਹਨਾਂ 'ਚ ਤੇ ਆਪਣੇ 'ਚ ਕੋਈ ਫਰਕ ਨਹੀਂ। ਤੇ ਮੈਂ ਸੁਣ ਕੇ ਬੜਾ ਗੁੱਸਾ ਆਇਆ ਮਨਾ ਵੀ ਜੇ ਬੰਦੇ ਹੀ ਸੀ ਗੁਰੂ ਤੇ ਤਤੀ ਤਵੀ ਤੇ ਤੈਨੂੰ ਬਿਠਾਈਏ ਫਿਰ ਇੱਕ ਵਾਰੀ, ਜੇ ਤੇ 5 ਮਿੰਟ ਵੀ ਕੱਢ ਗਿਆ ਤੇ ਫਿਰ ਤੇ ਅਸੀਂ ਮੰਨ ਲਾਂਗੇ ਵੀ ਗੁਰੂ ਬੰਦੇ ਹੀ ਆ। ਇਹਨਾਂ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਅੱਜ ਸੰਗਤ ਦਾ ਧਨ ਖਾ ਖਾ ਕੇ। ਇੱਕ ਸਾਈਕਲ ਤੋਂ ਤੁਰੇ ਸੀ, ਇਹ ਗਜਾ ਕਰਦੇ ਹੁੰਦੇ ਸੀ ਪਿੰਡਾਂ 'ਚ ਦੁੱਧ ਦੀ, ਸੰਪਰਦਾ ਡੇਰੇ ਦੇ ਵਿੱਚ। ਤੇ ਮਹਾਰਾਜ ਨੇ ਸੁਣ ਲਈ ਇਹਨਾਂ ਦੀ ਆਵਾਜ਼ਾਂ ਵਜਾਉਣਾ ਆ ਗਿਆ, ਤੇ ਅੱਜ ਦੁਨੀਆ 'ਚ ਨਾਂ ਬਣ ਗਿਆ, ਤੇ ਅੱਜ ਉਸੇ ਗੁਰੂ ਨੂੰ ਨਿੰਦਣਦਾ ਆ। ਇਸ ਕਰਕੇ ਉਹ ਸੰਤ ਸੀ ਜਰਨੈਲ ਸਿੰਘ, ਉਹਨੂੰ ਪਿੰਡਰਾਂ ਵਾਲਾ ਕਹਿੰਦੇ। ਐਵੇਂ ਨਹੀਂ ਕਿਸੇ ਨੂੰ ਪੂਜਿਆ ਜਾਂਦਾ। ਜੇਬ 'ਚ 7 ਲੱਖ ਰੁਪਈਆ ਹੋਵੇ ਤੇ ਜੁੱਤੀ ਨਾ ਲਵੇ। 50 ਰੁਪਈਆਂ ਦੀਆਂ ਚੱਪਲਾਂ ਨਹੀਂ ਲਈਆਂ ਉਸ ਸੰਤ ਨੇ। ਕਹਿੰਦਾ ਸੰਗਤ ਦਾ ਧਨ ਹੈ, ਮੈਂ ਲੇਖਾ ਦੇਣਾ। ਇੱਥੇ ਸੰਗਤ ਦੇ ਨਾ 2-2 ਕਰੋੜ ਦੀਆਂ ਗੱਡੀਆਂ ਲਈਆਂ, ਤੇ ਕਹਿੰਦਾ ਇੱਕ ਕਹਿੰਦਾ ਬੋਲਣ ਦਿਆ ਸੀ ਸੰਤਾਂ ਨੂੰ, ਕਹਿੰਦਾ ਇਹ ਬੰਦਾ ਕਹਿੰਦਾ ਇੱਕ ਬੋਲਣ ਦਿਆ ਸੀ, ਬੇਅਦਬੀ ਕਰਨ ਵਾਲੇ ਨੂੰ ਮਾਰ ਕੇ ਮੇਰੇ ਕੋਲ ਆ ਜਾਓ ਤੇ ਮੈਂ ਆਪੇ ਸੰਭਾਲ ਲੂੰਗਾ। ਥੱਲੇ ਕਿਸੇ ਨੇ ਕਮੈਂਟ ਕੀਤਾ, ਕਹਿੰਦੇ ਅੱਜ ਮਰਦ ਸ਼ਹੀਦ ਆ, ਜੇ ਕਿਤੇ ਜਿਉਂਦਾ ਹੁੰਦਾ ਤੇ ਤੇਰੇ ਲੀੜੇ ਗਿੱਲੇ ਨਾ ਕਰਾ ਦਿੰਦਾ। ਉਹ ਸ਼ਹੀਦ ਹੋ ਗਿਆ ਕਰਕੇ ਇਹੋ ਜਿਹੀਆਂ ਕਰਤੂਤਾਂ ਇਹ ਲੋਕ ਕਰਦੇ ਆ। ਤੇ ਬਾਣੀ ਕਹਿੰਦੀ ਇਹ ਤਾਂ ਧਨ ਖਾਧਾ ਤੇਰਾ ਜਨਮ ਲਿਓ। ਧਨ ਗੁਰੂ ਦੇ ਨਾਂ ਤੇ ਖਾਂਦੇ ਆ, ਉਸੇ ਗੁਰੂ ਨੂੰ ਵੰਡਦੇ ਆ। ਇਹ ਸੱਚਾਈ ਹੈ, ਭਾਵੇਂ ਕੌੜੀ ਲੱਗੇ। ਮਹਾਰਾਜ ਨੇ ਸਾਨੂੰ ਕਿਹਾ ਪੁੱਤ ਜਦੋਂ ਤੁਹਾਡੇ ਪਿਓ ਦੀ ਕੋਈ ਪੱਗ ਲਾਵੇ ਤੇ ਪੁੱਤ ਲਾਗੇ ਵੇਂਦਾ ਨਾ ਰਵੇ। ਅੱਜ ਸਾਡੇ ਕਿੱਡੇ ਕਿੱਡੇ ਗਿਆਨੀ ਧਿਆਨੀ, ਕਿੱਡੇ ਵਿਦਵਾਨ ਸਿੱਧਾ ਨਾਂ ਲੈ ਕੇ ਕਿਉਂ ਨਹੀਂ ਵੰਗਾਰਦੇ? ਕੀ ਪ੍ਰੋਬਲਮ ਇਹਨਾਂ ਨੂੰ? ਕਹਿਣ ਜਿੱਥੇ ਗਲਤ ਜਿਹੜਾ ਉਹ ਇਕੱਲਾ ਬੰਦਾ ਸਾਰਿਆਂ ਦੀ ਢੇਰੀ ਲਿਆਈ ਫਿਰਦਾ। ਕਦੇ ਉਹ ਸਿੰਘ ਸਾਹਿਬ ਦਾ ਆਲੇ ਹੋ ਜਾਂਦਾ, ਕਦੇ ਕਿਸੇ ਦਾ ਆਲੇ, ਸ਼ਰੇਆਮ ਨਾਂ ਲੈ ਕੇ। ਤੇ ਸਾਡੇ ਕਿੱਡੇ ਕਿੱਡੇ ਵਿਦਵਾਨ ਆ ਵੀ ਚੂੜੀਆਂ ਪਾ ਕੇ ਬੈਠੇ ਵੀ ਤੁਹਾਨੂੰ, ਚਲੋ ਮੈਂ ਤੇ ਬੱਚਾ ਹੀ ਛੋਟਾ ਜਿਹਾ, ਤੁਸੀਂ ਇੰਨੇ ਗ੍ਰੰਥ ਪੜ੍ਹੇ, ਇੰਨੀ ਵਿਦਿਆ ਪ੍ਰਾਪਤ ਕੀਤੀ ਆ। 1-2 ਵਿਦਵਾਨ ਹੈਗੇ, ਬੰਤਾ ਸਿੰਘ ਨੇ ਆਖਿਆ ਸੀ, ਕਹਿੰਦੇ ਬਹਿ ਮੇਰੇ ਨਾਲ, ਬਹਿ ਕੇ ਵਿਚਾਰ ਕਰ, ਤੈਨੂੰ ਫਿਰ ਦੱਸੀਏ ਵੀ ਕੀ ਆ ਗੁਰਮਤਿ। ਆਇਆ ਹੀ ਨਹੀਂ। ਕੋ ਸਤਨਾਮ ਵਾਹਿਗੁਰੂ। ਇਹ ਜਿੰਨਾ ਕਿ ਜੋਗੇ ਆਪਣਾ ਵੀ ਗੁਰੂ ਪਿਓ ਹੈ ਨਾ, ਉਹਨਾਂ ਕੋ ਬੋਲਣਾ ਚਾਹੀਦਾ। ਕਈ ਸਿੰਘ ਮੇਰਾ ਸਾਥੀ ਗੋਡੇ ਤੇ ਹੱਥ ਰੱਖ ਦਿੰਦਾ ਵੀ ਪੈਰਾ ਬਣਿਆ ਵਧੀਆ ਰਹਿਣ ਦੇ, ਪਰ ਦੁੱਖ ਆ ਜਾਂਦਾ ਵਾ। ਮੇਰੇ ਗੁਰੂ ਸਾਹਿਬ ਦੀ ਘਾਣ ਕਰਨ ਦੇ ਲੋਕ। ਆਖੋ ਸਤਿਨਾਮ ਵਾਹਿਗੁਰੂ। ਤੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਾ, ਉਹਨਾਂ ਲੋਕਾਂ ਨੂੰ ਪਿਆਰ ਕਰ ਰਹੀ, ਕਿਉਂਕਿ ਆਉਣ ਵਾਲੀ ਪੀੜ੍ਹੀ ਸੁੱਖ ਲੱਭਦੀ। ਉਹ ਕਹਿੰਦੇ ਨਾ ਅੰਮ੍ਰਿਤ ਛਕਣ ਦੀ ਲੋੜ ਆ, ਨਾ ਨਿਤਨੇਮ ਦੀ ਲੋੜ ਆ, ਨਾ ਗੁਰਦੁਆਰੇ ਜਾਣ ਦੀ ਲੋੜ ਆ। ਸਾਰੀਆਂ ਸਹੂਲਤਾਂ ਦੇ ਦਿੱਤੀਆਂ ਤੇ ਫਿਰ ਉਹਦੇ ਮਗਰ ਆਪੇ ਜਾਣਾ ਲੋਕਾਂ। ਤੇ ਜਿੰਨੇ ਤੁਹਾਨੂੰ ਮਾਰਗ ਦੱਸਣਾ ਵੀ ਬਾਣੀ ਪੜ੍ਹ, ਕੇਸ ਰੱਖ, ਪਤਤ ਪੁਣਾ ਛੱਡ, ਉਹ ਕਿਹਨੂੰ ਪਸੰਦ ਆਉਣਾ? ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੋਗ ਨਰਾਲੀ। ਮਾਰੇ ਕਿਰਪਾ ਕਰਨ ਜਿੰਨੀ ਕੁ ਜੋਗੇ ਹਾਂ ਦਾ ਨਾਰਾ ਮਾਰਿਆ। ਸ਼ੇਖ ਸ਼ਾਦੀ ਕਹਿੰਦਾ ਜੰਗਲ ਨੂੰ ਅੱਗ ਲੱਗੀ ਤੇ ਸਾਰੇ ਭੱਜ ਗਏ। ਇੱਕ ਨਿੱਕੀ ਜੀ ਚਿੜੀ ਪਾਣੀ ਪਾਵੇ ਲਿਆ ਕੇ, ਤੇ ਉਹ ਕਹਿੰਦਾ ਓਏ ਕਮਲੀਏ ਤੇ ਤੂੰ ਅੱਗ ਬੁਝਣੀ ਆ, ਇੰਨੀ ਅੱਗ ਲੱਗੀ ਤੂੰ ਪਾਣੀ ਪਾਉਂਦੀ? ਉਹ ਕਹਿੰਦੀ ਮੈਨੂੰ ਪਤਾ ਨਹੀਂ ਬੁਝਣੀ, ਮੈਂ ਤੇ ਤਾਂ ਪਾਉਂਦੀ ਆ ਵੀ ਜਦੋਂ ਮੈਂ ਮਰ ਗਈ ਮੈਂ ਵੀ ਰੱਬ ਦੇ ਘਰ ਜਾਣਾ ਹੈ, ਤੇ ਉੱਥੇ ਜਦੋਂ ਲੇਖਾ ਹੋਇਆ ਨਾ ਤੇ ਮੇਰਾ ਨਾਂ ਬੁਝਾਉਣ ਵਾਲਿਆਂ 'ਚ ਆਊਗਾ, ਲਾਉਣ ਵਾਲਿਆਂ। ਮੈਂ ਇਸ ਕਰਕੇ ਨਹੀਂ ਇਹ ਗੱਲ ਕਹੀ
ਮੈਂ ਉਹਨੂੰ ਸੁਧਾਰਾਂ ਜਾਂ ਕੁਝ ਮੈਂ ਕੀ ਕਰਨਾ, ਪਰ ਮੈਂ ਗੁਰੂ ਸਾਹਿਬ ਦੀ ਗੋਦੀ 'ਚ ਬਹਿ ਕੇ ਕਿਹਾ ਚਲੇ ਆਪਾਂ ਵੀ ਜਾਣਾ ਹੈ ਕਿ ਗੁਰੂ ਦਾ ਖਾ ਕੇ ਲੂਣ ਖਾਏ ਕੈ ਸਾਹਿਬ ਦਾ ਅਦਾ ਕਰਨਾ ਚਾਹੀਦਾ, ਜ਼ਰੂਰ ਕਹਿਣਾ ਚਾਹੀਦਾ ਸੱਚ ਨੂੰ ਸੱਚ। ਸੋ ਮਹਾਰਾਜ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧ ਅਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿਗੁਰੂ। ਤੇਰੀ ਵਡਿਆਈ ਕੋਈ ਨਾਮ ਨ ਜਾਣੇ, ਮੇਰਾ ਵਾਹਿਗੁਰੂ। ਤੇਰੀ ਵਡਿਆਈ ਕੋਈ ਨਾਮ ਨ ਜਾਣੇ, ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਬ੍ਰਹਮਤਿ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਹਰਿ ਨਾਮ ਨਿਤਾ ਵਰਤਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੇ ਹੱਡੀਆਂ ਜੱਫੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਨੰਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹੇ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਦ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕੀ ਰਾਖੇ ਆਪ ਵਾਹਿਗੁਰੂ ਜੀ ਹੈ। ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ। ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਓਟਿਆਂ ਦੀ ਓਟਣਿਆਂ ਸਰਿਆਂ ਦੇ ਆਸਰੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਅਸਥਾਨ ਗੁਰਦੁਆਰਾ ਬੌਲੀ ਸਾਹਿਬ ਤਖਤਾਂ ਪਰ ਸ਼ੋਭਾਏ ਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਚਰਣਾ ਕਮਲਾਂ ਪਾਸ ਅਰਦਾਸ ਬੇਨਤੀ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਨਿਤ ਨੇ ਬਾਣੀਆਂ
ਦੇ ਜਾਪ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਲੜੀਵਾਰ ਕਥਾ ਵਿਚਾਰਾਂ ਹੋਈਆਂ। ਆਪ ਜੀ ਨੇ ਮਿਹਰ ਕਰਨੀ ਅੱਖਰ ਬਾਦ ਘਾਟ ਭੁੱਲ ਚੁੱਕ ਮੁਆਬ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ। ਬਾਣੀ ਪੜੀ ਸੁਣੀ ਦਰ ਤੇ ਪ੍ਰਵਾਨ ਕਰਨੀ। ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਸਰਬੱਤ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ। ਗਰੀਬ ਨਵਾਜ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਹਜ਼ੂਰ ਅੰਮ੍ਰਿਤ ਕੜਾ ਪ੍ਰਸਾਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ। ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਅਸੀਸ ਦੇ ਬਚਨ। ਇਲਾਹੀ ਫਰਮਾਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਸਈ ਪਿਆਰੇ ਬੇਲੋ ਜਿਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੁਹਰਾ ਗਿਆ ਭਈਆ ਕਾਲ ਕੀ। ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲ ਗੋਚਰ ਰਾਜ ਕਰੇਗਾ ਖਾਲਸਾ। ਵਾਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾਜ ਹੈ ਜੋ ਛਰਦਾ ਕਰ ਸੇਵੰਦੇ। ਜੋ ਛਰਦਾ ਕਰ ਸੇਵੰਦੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੇ। ਪਰਤਖ ਗੁਰੂ ਨਿਸਤਾਰੇ। ਸੋ ਕਹੁ ਟਲ ਗੁਰ ਸੇਵੀਏ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਚੌਥਾ। ਈਸ਼ਾ ਪੁਰਖ ਸਰਬ ਸੁਖ ਦਾਤਾ। ਹਰ
जाके वस है काम तिना, सो ऐसा हर त्याये मेरे जियड़े, ता सर्ब सुख पावे मेरे मना। ईशा पूरक सर्ब सुख दाता, हर जाके वस है काम तिना, सो ऐसा हर त्याये मेरे जियड़े, ता सर्ब सुख पावे मेरे मना। जप मन सतनाम सदा सतनाम, हलत पलत मुख उजल हुई है, नित त्याये हर पुरख नरंजना रहा। जय हर सिमरन पया तह उपाद गत कीनी, वड भागी हर जपना, जन नानक को गुर एह मत दीनी, जप हर भव जल तरना। जय हर सिमरन पया तह उपाद गत कीनी, वड भागी हर जपना, जन नानक को गुर एह मत दीनी, जप हर भव जल तरना। वाहिगुरु जी का खालसा, वाहिगुरु जी की फतेह। एक ओंकार करता पुरख निर्वैर, जूनी सैभं। एक ओंकार करता पुरख निर्वैर,